ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਜ਼ਮੀਨਾਂ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਸਾਡੇ ਵਿੱਚ ਹਾਜ਼ਰ ਨੇ। ਸਾਡੇ ਮਾਹਰ ਨੇ ਐਡਵੋਕੇਟ ਜਸਵੰਤ ਕਵਲ ਸਿੰਘ ਛਾਬੜਾ ਜੀ। ਛਾਬੜਾ ਜੀ, ਤੁਹਾਡਾ ਅੱਜ ਦੇ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਸੋ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਤਾਂ ਛਾਬੜਾ ਜੀ, ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਆਹ ਗੱਲ ਦੱਸੋ ਕਿ ਜਦ ਵੀ ਅਸੀਂ ਜ਼ਮੀਨ ਦੀ ਗੱਲ ਕਰਦੇ ਹਾਂ ਆਮ ਤੌਰ 'ਤੇ ਸੁਣਨ ਦੇ ਵਿੱਚ ਆਉਂਦਾ ਹੈ ਕਿ ਇਹ ਖਾਨਦਾਨੀ ਜ਼ਮੀਨ ਤੁਰੀ ਆਉਂਦੀ ਹੈ। ਇਹ ਖਾਨਦਾਨੀ ਜ਼ਮੀਨ ਤੋਂ ਕੀ ਭਾਵ ਹੈ ਜੀ? ਦੇਖੋ, ਜਿੱਥੋਂ ਤੱਕ ਖਾਨਦਾਨੀ ਜ਼ਮੀਨ ਦਾ ਸੰਬੰਧ ਹੈਗਾ, ਜਿਹੜੀ ਪਿਛਲੀ 4 ਜਨਰੇਸ਼ਨਸ ਤੋਂ ਕਿਸੇ ਵੀ ਪਰਿਵਾਰ ਦੇ ਵਿੱਚ 4 ਜਨਰੇਸ਼ਨ ਤੋਂ ਜਿਹੜੀ ਚਲਦੀ ਆਉਂਦੀ ਹੈਗੀ ਜ਼ਮੀਨ, ਉਹਨੂੰ ਅਸੀਂ ਖਾਨਦਾਨੀ ਜ਼ਮੀਨ ਕਹਿ ਦਿੰਦੇ ਹੈਗੇ। ਔਰ ਇਹ ਜ਼ਮੀਨ ਨੂੰ ਅਸੀਂ ਦੂਜੇ ਪਾਸੇ ਕਪਾਸਨੀ ਪ੍ਰਾਪਰਟੀ ਵੀ ਕਹਿ ਦਿੰਦੇ ਹੈਗੇ। ਠੀਕ ਹੈ ਜੀ। ਕਪਾਸਨੀ ਪ੍ਰਾਪਰਟੀ ਜਿਹੜੀ ਪਹਿਲੇ ਹੁੰਦੀ ਸੀਗੇ, ਜਿਹੜੇ ਹੈਗੇ ਮੇਲ ਕਪਾਸਨੀ ਦੀ ਸਿਰਫ ਜਿਹੜੀ ਸੀਗੀ ਇਹ ਵੰਡੀ ਜਾਂਦੀ ਹੁੰਦੀ ਸੀ। ਠੀਕ ਹੈ ਜੀ। ਹੁਣ ਕਪਾਸਨੀ ਪ੍ਰਾਪਰਟੀ ਜਿਹੜੀ ਹੈਗੀ ਹੈ, ਪਿੱਛੇ ਜਿਹੜੀ ਅਮੈਂਡਮੈਂਟ ਕੀਤੀ ਇਹਨਾਂ ਨੇ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ, ਉਹਦੇ ਵਿੱਚ ਈਵਨ ਜਿਹੜੇ ਫੀਮੇਲ ਨੇ ਵੀ ਇਹਨਾਂ ਨੇ ਕਪਾਸਨੀ ਡਿਕਲੇਅਰ ਕਰ ਦਿੱਤਾ ਹੈਗਾ ਕਿ ਹੁਣ ਫੀਮੇਲ ਵੀ ਜਿਹੜੇ ਹੈਗੇ ਨੇ ਕਪਾਸਨੀ। ਉਹਦਾ ਮਤਲਬ ਇਹ ਹੁੰਦਾ ਹੈਗਾ ਕਿ ਕਪਾਸਨੀ ਪ੍ਰਾਪਰਟੀ ਮੀਨਸ ਕਿ ਜਿਹੜੀ ਪ੍ਰਾਪਰਟੀ ਦੇ ਵਿੱਚ ਇੱਕ ਬੱਚੇ ਦਾ ਜਿਹੜਾ ਹੈਗਾ ਬਰਥ ਰਾਈਟ ਹੁੰਦਾ ਹੈ। ਠੀਕ ਹੈ ਜੀ। ਜਿਸ ਦਿਨ ਮਾਂ ਕਿਸੇ ਆਪਣੇ ਬੱਚੇ ਨੂੰ ਕਨਸੀਵ ਕਰਦੀ ਹੈਗੀ, ਉਸੇ ਦਿਨ ਤੋਂ ਹੀ ਜਿਹੜਾ ਉਹਦਾ ਰਾਈਟ ਜਿਹੜਾ ਹੈਗਾ ਅਕਰੂ ਹੋ ਜਾਂਦਾ ਕਪਾਸਨੀ, ਜਿੱਥੋਂ ਤੱਕ ਉਹਦੀ ਐਂਸੈਸਟਰ ਪ੍ਰਾਪਰਟੀ ਦਾ ਸੰਬੰਧ ਹੈਗਾ। ਜਿੱਥੋਂ ਤੱਕ ਉਹਦੀ ਕਿਸੇ ਦੀ ਸੈਲਫ ਅਕਵਾਇਰਡ ਪ੍ਰਾਪਰਟੀ ਹੈਗੀ, ਉਹਦੇ ਵਿੱਚ ਬੱਚੇ ਦਾ ਜਿਹੜਾ ਰਾਈਟ ਹੈਗਾ ਉਹ ਬਾਈ ਬਰਥ ਰਾਈਟ ਨਹੀਂ ਹੈਗਾ। ਠੀਕ ਹੈ ਜੀ। ਇਹ ਤੇ ਜਿਹੜਾ ਹੈਗਾ ਦਾ ਮੇਜਰ ਡਿਫਰੈਂਸ ਹੈਗਾ ਜਿਹੜਾ ਦੋਨਾਂ ਪ੍ਰਾਪਰਟੀਜ਼ ਵਿੱਚ ਹੈਗਾ, ਸੈਲਫ ਅਕਵਾਇਰਡ ਪ੍ਰਾਪਰਟੀ ਔਰ ਜੱਦੀ ਜਾਇਦਾਦ ਦੇ ਵਿੱਚ। ਠੀਕ ਹੈ ਜੀ। ਹੁਣ ਜੱਦੀ ਜਾਇਦਾਦ ਦੀ ਜਿਹੜੀ ਹੈਗੀ ਹੈ ਬੜੀ ਵੱਡੀ ਜਿਹੜੀ ਹੈਗੀ ਹੈ ਕਿ ਜੇਕਰ ਇੱਕ ਵਾਰੀ ਇਹਦੀ ਪਾਰਟੀਸ਼ਨ ਹੋ ਜਾਂਦੀ ਹੈਗੀ, ਠੀਕ ਹੈ ਜੀ, ਜਾਂ ਸੇਲ ਹੋ ਜਾਂਦੀ ਹੈਗੀ ਹੈ ਪ੍ਰਾਪਰਟੀ ਜਿਹੜੀ ਹੈਗੀ ਹੈ, ਠੀਕ ਹੈ ਜੀ, ਉਸ ਤੋਂ ਬਾਅਦ ਇਹ ਜਿਹੜੀ ਹੈਗੀ ਹੈ ਜੱਦੀ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਠੀਕ ਹੈ ਜੀ। ਇਸ ਕਰਕੇ ਬਹੁਤ ਹੀ ਪ੍ਰੀਕਾਸ਼ਨ, ਐਸੇ ਕਰਕੇ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਪਹਿਲੇ ਜਿਸ ਵੇਲੇ ਹੁੰਦਾ ਸੀ ਐਸੇ ਕਰਕੇ ਜੱਦੀ ਜਾਇਦਾਦ ਨੂੰ ਨਾ ਤੇ ਵੇਚਿਆ ਜਾਂਦਾ ਸੀ, ਨਾ ਹੀ ਕੋਈ ਇੱਦਾਂ ਦੀ ਕੋਰਟ ਡਿਗਰੀ ਪਾਸ ਕਰਾਈ ਜਾਂਦੀ ਸੀ ਜਿਹਦੇ ਨਾਲ ਕਿ ਜੱਦੀ ਤੋਂ ਬਾਹਰ ਨਾ ਹੋ ਜਾਏ, ਤਾਂ ਕਿ ਜਿਹੜਾ ਬੱਚੇ ਦਾ ਰਾਈਟ ਹੈਗਾ ਉਹ ਹਮੇਸ਼ਾ ਹੀ ਅਕਰੂ ਹੁੰਦਾ ਰਹੇ। ਇਸ ਦੇ ਨਾਲ ਹੀ ਅਗਲਾ ਮੇਰਾ ਇੱਕ ਸਵਾਲ ਹੈ ਜੀ, ਕੀ ਕਹਿੰਦੇ ਆ ਕਿ ਜਿਹੜੀ ਜਾਇਦਾਦ ਹੈ ਕਦੀ ਖੜਦੀ ਨਹੀਂ, ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਹੈ, ਜੇ ਨਾ ਹੋਵੇ ਤਾਂ ਫਿਰ ਸਰਕਾਰ ਹੁੰਦੀ ਆ, ਕਿਤੇ ਨਾ ਕਿਤੇ ਇਹ ਜਿਹੜੀ ਅੱਗੇ ਤੋਂ ਅੱਗੇ ਚੱਲਦੀ ਜਾਂਦੀ ਹੈ। ਥੋੜ੍ਹਾ ਜਿਹਾ ਹੋਰ ਵਿਸਤਾਰ ਨਾਲ ਸਾਡੇ ਦਰਸ਼ਕਾਂ ਨੂੰ ਆਹ ਗੱਲ ਦੱਸੋ ਕਿ ਜਿਹੜੀ ਜੱਜੀ ਜਾਇਦਾਦ ਹੈ, ਇਸ ਨੂੰ ਜਿਹੜਾ ਤੁਸੀਂ ਹੈਗਾ ਆ ਜਿੱਦਾਂ ਆਪਣੀ ਵਸੀਅਤ ਲਿਖ ਕੇ ਅੱਗੇ ਕਿਸੇ ਨੂੰ ਦੇ ਸਕਦੇ ਹੋ, ਜਾਂ ਇਸ ਦੀ ਪਾਰਟੀਸ਼ਨ ਕਿੱਦਾਂ ਹੁੰਦੀ ਹੈ, ਜਾਂ ਫਿਰ ਇਸ ਤੋਂ ਅਗਲੀ ਗੱਲ ਆਹ ਹੈ ਕਿ ਜਦ ਕੋਈ ਬੱਚਾ ਪੈਦਾ ਹੁੰਦਾ ਹੈ ਉਹਦਾ ਕਿਸ ਤਰੀਕੇ ਨਾਲ ਇਹਦੇ ਵਿੱਚ ਹਿੱਸਾ ਬਣਦਾ ਹੈ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਹਾਂ, ਜਿੱਥੋਂ ਤੱਕ ਤੁਹਾਡਾ ਮੈਂ ਤੁਹਾਨੂੰ ਆਲਰੇਡੀ ਪਹਿਲੇ ਵੀ ਦੱਸ ਚੁੱਕਾ ਇਹਦੇ ਬਾਰੇ ਕਿ ਜਿਹੜੀ ਜੱਦੀ ਜਾਇਦਾਦ ਹੈ, ਜੱਦੀ ਜਾਇਦਾਦ ਜਿਹੜੀ ਕਿ 4 ਜਨਰੇਸ਼ਨ ਤੋਂ ਪਿੱਛੇ ਤੁਹਾਡੀ ਚੱਲਦੀ ਆਉਂਦੀ ਕਿ 4 ਪੁਸ਼ਤਾਂ ਤੋਂ ਜਿਹੜੀ ਜਾਇਦਾਦ ਆਏਗੀ ਉਹਨੂੰ ਆਪਾਂ ਜੱਦੀ ਜਾਇਦਾਦ ਕਹਿ ਦਿਆਂਗੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈਗਾ ਕਿ ਇਹ ਜਿਹੜਾ ਰਾਈਟ ਹੈਗਾ, ਜਿੱਥੋਂ ਤੱਕ ਜੱਦੀ ਜਾਇਦਾਦ ਹੈਗੀ ਹੈ, ਜਿੰਨੀ ਦੇਰ ਪਾਰਟੀਸ਼ਨ ਨਹੀਂ ਹੁੰਦੀ ਜਾਂ ਸੇਲ ਨਹੀਂ ਹੁੰਦੀ ਜਾਂ ਇਹ ਇੱਕ ਹੋਰ ਵੀ ਕਿਸੇ ਤਰੀਕੇ ਨਾਲ ਡਿਸਪੋਜ਼ ਆਫ ਨਹੀਂ ਕੀਤੀ ਜਾਂਦੀ, ਇਹ ਹਮੇਸ਼ਾ ਜੱਦੀ ਰਹੇਗੀ। ਠੀਕ ਹੈ ਜੀ। ਜੇਕਰ ਇਹਨਾਂ ਚੋਂ ਜਾਂ ਵਸੀਅਤ ਨਹੀਂ, ਜੇ ਵਸੀਅਤ ਕਰ ਦਿੱਤੀ ਜਾਂਦੀ ਹੈਗੀ ਔਰ ਵਸੀਅਤ ਜਿਹੜੀ ਹੈਗੀ ਕਿ ਅੱਗੋਂ ਚੜ੍ਹ ਵੀ ਜਾਂਦੀ ਹੈਗੀ ਸਾਰਿਆਂ ਦੇ ਨਾਮ ਦੇ ਉੱਤੇ, ਠੀਕ ਹੈ ਜੀ, ਫਿਰ ਜਿਸ ਵੇਲੇ ਵਸੀਅਤ ਚੜ੍ਹ ਜਾਏਗੀ ਉਸ ਵਸੀਅਤ ਨੂੰ ਤੁਸੀਂ ਨਹੀਂ ਚੈਲੰਜ ਕਰਦੇ, ਹਾਂਜੀ, ਔਰ ਅਗਲੀ ਜਨਰੇਸ਼ਨ ਵਿੱਚ ਉਹ ਚਲੀ ਜਾਂਦੀ ਹੈਗੀ ਜਿਹਦੇ ਨਾਮ ਦੇ ਉੱਤੇ ਵਸੀਅਤ ਹੋਈ, ਉਹ ਵਸੀਅਤ ਨੂੰ ਚੈਲੰਜ ਨਹੀਂ ਕੀਤਾ ਗਿਆ ਹੈਗਾ, ਤੇ ਜਿਹੜੀ ਅਗਲੀ ਜਨਰੇਸ਼ਨ ਵਾਸਤੇ ਉਹ ਜਾਇਦਾਦ ਹੈਗੀ ਉਹ ਜੱਦੀ ਨਹੀਂ ਰਹਿ ਜਾਏਗੀ। ਠੀਕ ਹੈ ਜੀ। ਉੱਥੋਂ ਉਸ ਪ੍ਰੀਵਿਊ ਚੋਂ ਇਹਨੇ ਬਾਹਰ ਹੋ ਜਾਣਾ ਹੈਗਾ। ਇਸ ਕਰਕੇ ਇਹਦੇ ਪ੍ਰੀਕਾਸ਼ਨਸ ਲੈਣੇ ਬਹੁਤ ਜ਼ਰੂਰੀ ਹੁੰਦੇ ਨੇ ਜਿੱਥੋਂ ਤੱਕ ਜੱਦੀ ਜਾਇਦਾਦ ਦਾ ਸੰਬੰਧ ਹੈਗਾ। ਹੁਣ ਜੱਦੀ ਜਾਇਦਾਦ ਨੂੰ ਆਪਾਂ ਜਿਸ ਵੇਲੇ ਕਹਿੰਦੇ ਹੈਗੇ ਆ ਕਿ ਤੁਸੀਂ ਜਿੱਥੋਂ ਤੱਕ ਸਵਾਲ ਕੀਤਾ ਹੈਗਾ ਨਾ ਕਿ ਪੁਸ਼ਤਿਆਨੀ ਜ਼ਮੀਨ ਜਿਹੜੀ ਹੈਗੀ ਔਰ ਬੜੀ ਇਹਨੂੰ ਡੈਲੀਕੇਟ ਕਿਹਾ ਜਾਂਦਾ ਹੈਗਾ, ਕਿਉਂਕਿ ਹਰ ਬੱਚਾ ਜਿਹੜਾ ਜਿਸ ਵੇਲੇ ਵੀ ਉਹ ਥੋੜ੍ਹੀ ਜਿਹੀ ਹੋਸ਼ ਸੰਭਾਲਦਾ ਹੈਗਾ ਤੇ ਉਹ ਕਹਿੰਦਾ ਪ੍ਰਾਪਰਟੀ ਦੀ ਮੇਰਾ ਰਾਈਟ ਹੈ। ਹਾਂਜੀ। ਹੁਣ ਉਹ ਇਸ ਚੀਜ਼ ਨੂੰ ਨਹੀਂ ਦੇਖਦੇ ਹੈਗੇ ਕਿ ਇਹ ਪ੍ਰਾਪਰਟੀ ਪਹਿਲੇ ਵੰਡ ਵਿੱਚ ਆ ਚੁੱਕੀ ਹੋਈ ਹੈ, ਜਾਂ ਮੇਰੇ ਬਾਪ ਜਾਂ ਮੇਰੇ ਦਾਦੇ ਨੂੰ ਜਾਂ ਮੇਰੀ ਮਾਂ ਨੂੰ ਜਾਂ ਕਿਹਦੇ ਕੋਲੋਂ, ਕਿਉਂਕਿ ਪ੍ਰਾਪਰਟੀ ਤੇ ਕਿਸੇ ਕੋਲੋਂ ਵੀ ਆ ਸਕਦੀ ਹੈ। ਬਿਲਕੁਲ ਠੀਕ ਹੈ ਜੀ। ਕਿਉਂਕਿ ਸਮ ਟਾਈਮ ਹੁੰਦਾ ਹੈ ਨਾਨਕੀ ਜਾਇਦਾਦ, ਹਾਂਜੀ, ਸਮ ਟਾਈਮ ਹੁੰਦਾ ਦਾਦਕੀ ਜਾਇਦਾਦ। ਠੀਕ ਹੈ ਜੀ। ਹੁਣ ਮਾਂ ਨੂੰ ਪਿੱਛੋਂ ਪ੍ਰਾਪਰਟੀ ਆਈ ਹੋਈ ਹੈ, ਮਾਂ ਨੂੰ ਜਿਹੜੀ ਪ੍ਰਾਪਰਟੀ ਆਈ ਹੈਗੀ ਉਹ ਬਾਈ ਵੇ ਆਫ ਵਿਲ ਆਈ ਹੋਈ ਹੈ। ਹਾਂਜੀ। ਜੇਕਰ ਵਿਲ ਆਈ ਹੋਈ ਹੈਗੀ ਤਾਂ ਉਹ ਜੱਦੀ ਜਾਇਦਾਦ ਨਹੀਂ ਰਹੀ। ਠੀਕ ਹੈ ਜੀ। ਮਾਂ ਜੇ ਚਾਹੇ ਤਾਂ ਉਸ ਜਾਇਦਾਦ ਨੂੰ ਕਿਸੇ ਨੂੰ ਵੀ ਦੇ ਸਕਦੀ ਹੈਗੀ, ਜੇ ਬੱਚਾ ਉਹਦੇ ਕਹਿਣੇ 'ਚ ਨਹੀਂ ਹੈਗਾ ਜਾਂ ਉਹ ਨਹੀਂ ਹੈਗਾ ਤੇ ਬੱਚੇ ਦਾ ਉਹਦਾ ਬਰਥ ਰਾਈਟ ਫਿਰ ਖਤਮ ਹੋ ਜਾਂਦਾ ਹੈ। ਠੀਕ ਹੈ ਜੀ। ਹਾਂ, ਜੇ ਉਹ ਜੱਦੀ ਚਲਦੀ ਆਂਦੀ ਹੈਗੀ ਹੈ ਤੇ ਫਿਰ ਉਹਦੇ 'ਚ ਉਹਦਾ ਬਰਥ ਰਾਈਟ ਜਿਹੜਾ ਹੈਗਾ ਅਕਰੂ ਹੋ ਹੀ ਜਾਏਗਾ ਉਸ ਪ੍ਰਾਪਰਟੀ। ਠੀਕ ਹੈ ਜੀ। ਹੁਣ ਜਿੱਥੋਂ ਤੱਕ ਤੁਸੀਂ ਕਿਹਾ ਕਿ ਇਹਦੀ ਵੰਡ, ਉਹ ਚਾਹੇ ਆਪਾਂ ਉਹਦੀ ਸੈਲਫ ਅਕਵਾਇਰਡ ਪ੍ਰਾਪਰਟੀ ਕਹਿ ਲਈਏ, ਚਾਹੇ ਅਸੀਂ ਉਹਦੀ ਜੱਦੀ ਜਾਇਦਾਦ ਕਹਿ ਲਈਏ, ਵੰਡ ਦਾ ਕਾਨੂੰਨ ਜਿਹੜਾ ਹੈਗਾ ਦੋਨਾਂ ਲਈ ਸੇਮ ਹੈਗਾ। ਠੀਕ ਹੈ ਜੀ। ਇੱਕ ਤੇ ਵੰਡ ਦੇ ਲਈ ਅਸੀਂ ਜਿਹੜੇ ਪ੍ਰਾਪਰਟੀ ਜਾਣਾ ਹੈਗਾ ਉਹਦੇ 'ਚ ਕੋਈ
ਕੋਰਟ ਨੇ ਇਹ ਨਹੀਂ ਦੇਖਣਾ ਹੈ ਕਿ ਉਹਦੀ ਐਂਸੈਸਟਰ ਲੈਂਡ ਹੈ ਜਾਂ ਕਿਹੜੀ ਲੈਂਡ ਹੈ। ਠੀਕ ਹੈ ਜੀ। ਉਹਦੇ ਕੋਰਟ ਨੇ ਇਹਨਾਂ ਦੇਖਣਾ ਕਿ ਜਮ੍ਹਾਂਬੰਦੀ ਦੇ ਵਿੱਚ ਮਾਲਕ ਕੌਣ-ਕੌਣ ਖੜੇ ਨੇ। ਠੀਕ ਹੈ ਜੀ। ਜਿੰਨੇ ਵੀ ਕੋ ਸ਼ੇਅਰ ਹੈਗੇ ਨੇ ਉਸ ਜਮ੍ਹਾਂਬੰਦੀ ਦੇ ਵਿੱਚ, ਉਹਨਾਂ ਸਾਰਿਆਂ ਨੂੰ ਜਿਸ ਬੰਦੇ ਨੇ ਵੀ ਪਾਰਟੀਸ਼ਨ ਕਰਾਣੀ ਹੈਗੀ, ਚਾਹੇ ਇੱਕ ਕਰਾਉਣ ਚਾਹੇ 4 ਕੋ ਸ਼ੇਅਰ ਕਰਾਉਣ, ਉਹਨਾਂ ਨੇ ਉੱਥੇ ਇੱਕ ਐਪਲੀਕੇਸ਼ਨ ਲਗਾ ਦੇਣੀ 111 ਦੇ ਥੱਲੇ, ਪਾਰਟੀਸ਼ਨ ਦੇ ਥੱਲੇ, ਜਿਹੜੀ ਲੈਂਡ ਰੈਵਨਿਊ ਐਕਟ ਦੇ ਥੱਲੇ ਹੈਗੀ। ਜੇਕਰ ਉਹ ਜਾਇਦਾਦ ਜਿਹੜੀ ਹੈਗੀ ਹੈ ਲੈਂਡਡ ਪ੍ਰਾਪਰਟੀ ਹੈਗੀ ਹੈ। ਠੀਕ ਹੈ ਜੀ। ਉਹਨਾਂ ਨੇ 111 ਦੇ ਥੱਲੇ ਐਪਲੀਕੇਸ਼ਨ ਲੱਗਣੀ, ਉਹ ਲੱਗੇਗੀ ਤਹਿਸੀਲਦਾਰ। ਹੁਣ ਤੇ ਜਿਹੜੀਆਂ ਦੀਆਂ ਪਾਵਰਸ ਨੇ ਉਹ ਨਾਇਬ ਤਹਿਸੀਲਦਾਰ ਨੂੰ ਵੀ ਦਿੱਤੀਆਂ ਗਈਆਂ। ਠੀਕ ਹੈ ਜੀ। ਪਰ ਜਿਸ ਵੇਲੇ ਉਹਨਾਂ ਨੇ ਇਹਨਾਂ ਪਾਵਰਸ ਨੂੰ ਯੂਜ਼ ਕਰਨਾ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੇ ਨਾਟ ਯੂਜ਼ਡ ਐਜ਼ ਤਹਿਸੀਲਦਾਰ ਔਰ ਨਾਇਬ ਤਹਿਸੀਲਦਾਰ, ਉਹਨਾਂ ਨੇ ਇਹਨੂੰ ਯੂਜ਼ ਕਰਨਾ ਹੈਗਾ ਇਸ ਜਿਹੜੀ ਹੈਗੀ ਪਾਵਰਸ ਨੂੰ ਐਜ਼ ਏ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਯੂਜ਼ ਕਰਨਾ। ਔਰ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੇ ਤੌਰ ਤੇ ਜਿਹੜਾ ਫੈਸਲਾ ਕਰਨਗੇ, ਜੋ ਐਜ਼ ਏ ਤਹਿਸੀਲਦਾਰ ਫੈਸਲਾ ਕਰ ਦਿੰਦੇ ਨੇ ਜਾਂ ਨਾਇਬ ਤਹਿਸੀਲਦਾਰ ਫੈਸਲਾ ਕਰ ਦਿੰਦੇ ਹੈਗੇ ਨੇ, ਤਾਂ ਉਹ ਜਿਹੜਾ ਫੈਸਲਾ ਹੈਗਾ ਇਲੀਗਲ ਡਿਕਲੇਅਰ ਹੋ ਜਾਏਗਾ। ਇਹ ਛਾਬੜਾ ਜਿੱਦਾਂ ਤੁਸੀਂ ਸਾਨੂੰ ਬੜੇ ਸੁਚੱਜੇ ਤਰੀਕੇ ਨਾਲ ਦੱਸਿਆ ਕਿ ਜਿਹੜੀ ਜਾਇਦਾਦ ਹੈ, ਭਾਵੇਂ ਉਹ ਜੱਦੀ ਤੁਰੀ ਆਉਂਦੀ ਹੈ ਜਾਂ ਕਿਸੇ ਆਪ ਵਿਅਕਤੀ ਨੇ ਆਪਣੀ ਬਣਾਈ ਹੈ, ਉਸ ਦੀ ਜਦ ਵੀ ਵੰਡ ਕਰਨੀ ਹੈ ਤਾਂ ਉਹ ਜਿਹੜੀ ਹੈਗੀ ਤਹਿਸੀਲਦਾਰ ਸਾਹਿਬ ਕੋਲ ਇੱਕ ਐਪਲੀਕੇਸ਼ਨ ਲੱਗੂਗੀ, ਉਹਦੇ ਥਰੂ ਹੋਣੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਸਾਡੇ ਦਰਸ਼ਕਾਂ ਨੂੰ ਥੋੜਾ ਇਸ ਗੱਲ ਦੇ ਉੱਤੇ ਚਾਨਣ ਪਾਓ ਕਿ ਤੁਸੀਂ ਕਿਹਾ ਜਮ੍ਹਾਂਬੰਦੀ ਦੇ ਵਿੱਚ ਜਿਹੜੇ ਹੈਗੇ ਆ ਸਾਂਝੇ ਖਾਤੇ ਜਿਹੜੇ ਲੋਕ ਬੈਠੇ ਆ, ਉਹ ਜਿਹੜੇ ਹੈਗੇ ਆ ਪਾਰਟੀਸ਼ਨ ਲਈ ਜਿਹੜੇ ਹੈਗੇ ਆ ਐਲੀਜੀਬਲ ਹੋਗੇ। ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਤੋਰੀਏ, ਸਾਡੇ ਦਰਸ਼ਕਾਂ ਨੂੰ ਇਸ ਗੱਲ ਦੇ ਉੱਤੇ ਥੋੜਾ ਜਿਹਾ ਚਾਨਣ ਪਾਓ ਕਿ ਇਹ ਜਮ੍ਹਾਂਬੰਦੀ ਕੀ ਡਾਕੂਮੈਂਟ ਹੈ ਜੀ, ਇੱਕ ਗੱਲ। ਅਗਲੀ ਗੱਲ ਇਹ ਹੈ ਕਿ ਇਸ ਦਸਤਾਵੇਜ਼ ਦੀ ਜ਼ਮੀਨਾਂ ਦੇ ਸੰਬੰਧ ਵਿੱਚ ਕਿੰਨੀ ਕੁ ਮਹੱਤਤਾ ਹੈ, ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ। ਦੇਖੋ, ਜਿੱਥੋਂ ਤੱਕ ਤੁਸੀਂ ਜਮ੍ਹਾਂਬੰਦੀ ਦੀ ਗੱਲ ਕੀਤੀ ਹੈਗੀ ਹੈ, ਅਸੀਂ ਇਹਨੂੰ ਰਿਕਾਰਡ ਆਫ ਰਾਈਟਸ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਆਪਾਂ ਪੰਜਾਬ ਲੈਂਡ ਰੈਵਨਿਊ ਐਕਟ ਨੂੰ ਖੋਲ੍ਹਦੇ ਹੈਗੇ ਹਾਂ, ਹਾਂਜੀ, ਤੇ ਇਹਨੂੰ ਜਿਹੜਾ ਦਰਜਾ ਦਿੱਤਾ ਗਿਆ ਹੈਗਾ ਰਿਕਾਰਡ ਆਫ ਰਾਈਟਸ ਦਾ ਦਿੱਤਾ ਗਿਆ। ਠੀਕ ਹੈ ਜੀ। ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੈਗਾ ਜਿਹੜਾ, ਜਿੱਥੋਂ ਤੱਕ ਜਮ੍ਹਾਂਬੰਦੀ ਦਾ ਸਵਾਲ ਹੈ। ਠੀਕ ਹੈ ਜੀ। ਕਿਉਂਕਿ ਜਿਸ ਵੇਲੇ ਵੀ ਤੁਸੀਂ ਕੋਈ ਝਗੜੇ ਸ਼ੁਰੂ ਹੋਣੇ ਨੇ, ਤੇ ਪਹਿਲੇ ਕਿਸੇ ਵੀ ਜਿਹੜੇ ਹੈਗੇ ਲੀਗਲ ਪ੍ਰੈਕਟੀਸ਼ਨਰ ਕੋਲ ਜਾਓਗੇ ਤੁਸੀਂ, ਚਾਹੇ ਕਿ ਐਡਵੋਕੇਟ ਕੋਲ ਜਾਓਗੇ ਜਾਂ ਕਿ ਉਹਨੇ ਤੁਹਾਨੂੰ ਇਹੀ ਕਹਿਣਾ ਕਿ ਤੁਸੀਂ ਆਪਣੀ ਜਾਇਦਾਦ ਦੀ ਜਮ੍ਹਾਂਬੰਦੀਆਂ ਲਿਓ। ਠੀਕ ਹੈ ਜੀ। ਔਰ ਜਮ੍ਹਾਂਬੰਦੀਆਂ ਜਿਹੜੀਆਂ ਹੈਗੀਆਂ, ਜਮ੍ਹਾਂਬੰਦੀਆਂ ਨੇ ਦੱਸਣਾ ਹੈਗਾ ਕਿ ਇਹਦੀ ਪ੍ਰਾਪਰਟੀ ਜਿਹੜੀ ਹੈਗੀ ਕਿਹਦੇ ਨਾਮ ਤੇ ਚੱਲਦੀ ਆ ਰਹੀ ਹੈ। ਠੀਕ ਹੈ ਜੀ। ਜੇਕਰ ਉਹ ਕਹਿੰਦਾ ਹੀ ਕਿ ਨਹੀਂ, ਹੈ ਜਿਹੜੀ ਪ੍ਰਾਪਰਟੀ ਹੈਗੀ ਹੈ ਗਲਤ ਤਰੀਕੇ ਨਾਲ ਏਲੀਨੇਟ ਕਰ ਦਿੱਤੀ ਗਈ ਜਾਂ ਮੇਰੇ ਉਹ ਕਰ ਦਿੱਤੀ ਗਈ, ਫਿਰ ਤੁਹਾਨੂੰ ਸਾਰੀਆਂ ਦੀ ਪਿਛਲੀ ਜਮ੍ਹਾਂਬੰਦੀਆਂ ਜਾਣਾ ਪੈਂਦਾ। ਠੀਕ ਹੈ ਜੀ। ਜਾਂ ਤੁਸੀਂ ਦੇਖਦੇ ਹੈਗੇ ਜਦੋਂ ਤੁਸੀਂ ਜਮ੍ਹਾਂਬੰਦੀ ਦੀ ਕਾਪੀ ਲੈਂਦੇ ਹੈਗੇ ਹੋ ਤੇ ਜਮ੍ਹਾਂਬੰਦੀ ਤੁਸੀਂ ਦੇਖਦੇ ਹੈਗੇ ਹੋ ਕਿ ਇੰਦਰਾਜ ਕੋਈ ਗਲਤ ਆ ਰਹੇ ਹੈਗੇ ਨੇ। ਠੀਕ ਹੈ ਜੀ। ਫਿਰ ਤੁਹਾਨੂੰ ਉਹਦੇ ਪਿਛਲੇ ਜਿਹੜੇ ਹੈਗੇ ਨੇ ਰਿਕਾਰਡ ਕਢਾਣੇ ਪੈਂਦੇ ਨੇ। ਠੀਕ ਹੈ ਜੀ। ਬਹੁਤ ਜ਼ਿਆਦਾ ਇੱਥੇ ਇੰਪੋਰਟੈਂਟ ਜਿਹੜੀ ਕਿ ਆਮ ਲੋਕਾਂ ਨੂੰ ਨਹੀਂ ਪਤਾ ਹੁੰਦੀ, ਜਮ੍ਹਾਂਬੰਦੀਆਂ 2 ਟਾਈਪ ਦੀਆਂ ਹੁੰਦੀਆਂ ਨੇ। ਠੀਕ ਹੈ ਜੀ। ਇੱਕ ਅਸੀਂ ਉਹਨੂੰ ਕਹਿੰਦੇ ਆ ਫਰਜ਼ ਸਰਕਾਰ, ਇੱਕ ਫਰਜ਼ ਪਟਵਾਰ। ਠੀਕ ਹੈ ਜੀ। ਫਰਜ਼ ਸਰਕਾਰ ਜਿਹੜਾ ਹੈਗਾ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੁੰਦਾ। ਠੀਕ ਹੈ ਜੀ। ਜਿਹੜਾ ਕਿ ਹਮੇਸ਼ਾ ਹੀ ਡੀਸੀ ਦੀ ਦੇਖ ਦੇਖ ਤੇ ਥੱਲੇ, ਜਿਹਨੂੰ ਅਸੀਂ ਕਲੈਕਟਰ ਕਹਿ ਦਿੰਦੇ ਆ, ਡੀਸੀ ਕੋਲ ਪਾਵਰਸ ਹੁੰਦੀਆਂ ਕਲੈਕਟਰ ਦੀਆਂ, ਉਹਦੀ ਦੇਖ ਦੇਖ ਥੱਲੇ ਰਹੇਗਾ ਰਿਕਾਰਡ, ਤਾਂ ਕਿ ਇਹਦੇ ਵਿੱਚ ਕੋਈ ਵੀ ਜਿਹੜੀ ਚੇਂਜ ਨਾ ਆ ਸਕੇ। ਠੀਕ ਹੈ ਜੀ। ਕਿਉਂਕਿ ਆਮ ਕਰਕੇ ਜਿਹੜੇ ਪਿੰਡੂ ਭਰਾ ਹੁੰਦੇ ਨੇ ਸਾਡੇ ਜਾਂ ਹੁੰਦੇ ਨੇ, ਉਹਨਾਂ ਦੇ ਬੜੇ ਹੁੰਦਾ ਕਿ ਪਟਵਾਰੀ ਜੋ ਮਰਜ਼ੀ ਕਰ ਸਕਦਾ ਹੈਗਾ, ਪਟਵਾਰੀ ਜਮ੍ਹਾਂਬੰਦੀ 'ਚ ਕਿਸੇ ਦਾ ਹਿੱਸਾ ਵੀ ਘਟਾ ਸਕਦਾ, ਪਟਵਾਰੀ ਕਿਸੇ ਦਾ ਹਿੱਸਾ ਵਧਾ ਵੀ ਸਕਦਾ ਹੈਗਾ। ਵੈਸੇ ਤੇ ਪਟਵਾਰੀ ਕੁਝ ਵੀ ਨਹੀਂ ਕਰ ਸਕਦਾ ਹੁੰਦਾ, ਕਿਉਂਕਿ ਆਪਾਂ ਜਿਹਨੂੰ ਫਰਜ਼ ਸਰਕਾਰ ਤੇ ਫਰਜ਼ ਪਟਵਾਰ ਦੇ ਵਿੱਚ ਕਹਿੰਦੇ ਹੈਗੇ ਆ, ਤੇ ਪਟਵਾਰੀ ਦੇ ਕੋਲ ਤਾਂ ਸਿਰਫ ਇੰਨਾ ਰਾਈਟ ਹੈਗਾ ਕਿ ਉਹਨੇ ਉਹਦੀ ਜਮ੍ਹਾਂਬੰਦੀ ਦੀ ਕਾਪੀ ਉਤਾਰ ਕੇ ਦੇਣੀ ਤੁਹਾਨੂੰ। ਠੀਕ ਹੈ ਜੀ। ਹੁਣ ਤੇ ਉਹਦੀ ਵੀ ਬਹੁਤ ਘੱਟ ਲੋੜ ਰਹਿ ਗਈ ਕਿਉਂਕਿ ਜ਼ਿਆਦਾ ਕੰਪਿਊਟਰਾਈਜ਼ ਸਿਸਟਮ ਹੋ ਗਿਆ। ਤੁਸੀਂ ਫਰਦ ਕੇਂਦਰ ਵਿੱਚ ਜਾਓ। ਠੀਕ ਹੈ ਜੀ। ਜੇ ਉਹ ਸਾਰੀ ਜਿਹੜੀ ਕੰਪਿਊਟਰਾਈਜ਼ ਸਿਸਟਮ ਹੋ ਚੁੱਕਾ ਹੈਗਾ ਤਾਂ ਤੁਸੀਂ ਆਪਣੀ ਉਹਦੀ ਦਿਖਾਓ ਜਿਹੜੀ ਹੈਗੀ ਆਪਣੇ ਕਿ ਤੁਹਾਡੇ ਕਿਹੜੇ ਖੇਵਟ ਖਤੌਨੀ ਤੇ ਕਿਹੜੇ ਖਸਰਾ ਨੰਬਰ ਤੁਹਾਡੀ ਪ੍ਰਾਪਰਟੀ ਹੈਗੀ ਹੈ। ਉਹ ਫਰਦ ਕੇਂਦਰ ਦੇ ਵਿੱਚ 10 ਮਿੰਟ ਦੇ ਵਿੱਚ ਹੀ ਤੁਹਾਨੂੰ ਸਾਰੀ ਪ੍ਰਾਪਰਟੀ ਦੀ ਸਾਰੀ ਜਿਹੜੀ ਜਮ੍ਹਾਂਬੰਦੀਆਂ ਕੱਢ ਕੇ ਦੇ ਦਿੰਦੇ ਨੇ। ਇੱਕ ਤਾਂ ਚੀਪ ਹੈਗਾ, ਉਹ ਸਾਰੇ 25 ਰੁਪਏ ਪੇਜ ਦੇ ਲੈਂਦੇ ਹੈਗੇ ਨੇ। ਜੇ 10 ਪੇਜ ਨਿਕਲੇ ਤੁਹਾਡੇ 250 ਰੁਪਇਆ। ਇੱਕ ਤੁਹਾਨੂੰ ਚੱਕਰ ਲਗਾਉਣ ਤੋਂ ਜਿਹੜੀ ਹੈਗੀ ਅੱਗੇ ਲੋਕਾਂ ਦੀ ਆਮ ਕਰਕੇ ਸ਼ਿਕਾਇਤ ਰਹਿੰਦੀ ਸੀ ਕਿ ਪਟਵਾਰੀ ਚੱਕਰ ਬਹੁਤ ਲਾਉਂਦੇ ਨੇ। ਤੁਸੀਂ ਫਰਦ ਕੇਂਦਰ ਹੀ ਜਾਓ, ਫਰਦ ਕੇਂਦਰ 'ਚ ਆਪਣੀ ਜਮ੍ਹਾਂਬੰਦੀਆਂ ਲੈ ਲਓ। ਹਾਂ, ਜੇਕਰ ਹਾਲੇ ਤੱਕ ਉਹ ਪੁਰਾਣਾ ਰਿਕਾਰਡ ਜਿਹੜਾ ਹੈਗਾ ਉਹਨੂੰ ਕੰਪਿਊਟਰਾਈਜ਼ ਨਹੀਂ ਕੀਤਾ ਗਿਆ। ਠੀਕ ਹੈ। ਜੇ ਤੁਹਾਨੂੰ ਫਿਰ ਪੁਰਾਣੀਆਂ ਜੇ ਉਸ ਜਮ੍ਹਾਂਬੰਦੀ ਤੁਹਾਨੂੰ ਕੋਈ ਨਜ਼ਰ ਆਉਂਦੀ ਹੈ, ਹੁਣ ਆਪਾਂ ਮੰਨ ਲੈਂਦੇ ਹਾਂ ਕਿ ਪ੍ਰਾਪਰਟੀ ਜਿਹੜੀ ਜਮ੍ਹਾਂਬੰਦੀ ਅਸੀਂ 2020-2021 ਦੀ ਲਈ ਹੈ। ਹਾਂਜੀ। ਉਸ ਤੋਂ ਇਹਨੇ 5 ਸਾਲ ਪਹਿਲੇ ਤਿਆਰ ਹੋਣਾ ਹੈ। ਜਿਹੜੀ ਇਸ ਤੋਂ ਜਿਹੜੀ ਪਿਛਲੀ ਜਮ੍ਹਾਂਬੰਦੀ ਸੀ 5 ਸਾਲ ਪਹਿਲੇ ਦੀ ਸੀ। ਠੀਕ ਹੈ ਜੀ। ਹੁਣ ਤੁਸੀਂ ਦੇਖਦੇ ਮੈਂ ਜਿਹੜੀ 2020 ਤੇ 2021 ਦੀ ਜਿਹੜੀ ਜਮ੍ਹਾਂਬੰਦੀ ਲਈ ਹੈ ਉਹਦੇ ਵਿੱਚ ਕੋਈ ਨਾ ਕੋਈ ਤਰੁੱਟੀਆਂ ਹੈਗੀਆਂ ਨੇ। ਠੀਕ ਹੈ ਜੀ। ਜਾਂ ਪ੍ਰੋਪਰਲੀ ਨਾਮ ਦੇ ਅਸੀਂ ਇਹ ਵੀ ਮੰਨ ਲੈਂਦੇ ਹਾਂ ਕਿ ਕੋਈ ਨਾਮ ਦੀ ਮਿਸਟੇਕ ਆ ਗਈ। ਠੀਕ ਹੈ ਜੀ। ਕਿਸੇ ਹਿੱਸੇ ਦੀ ਮਿਸਟੇਕ ਆ ਗਈ ਕਿਉਂਕਿ ਕੰਪਿਊਟਰਾਈਜ਼ ਸਿਸਟਮ ਜਦੋਂ ਕੰਪਿਊਟਰਾਈਜ਼ ਕਰਦੇ ਹਾਂ ਕਿਸੇ ਲਈ ਗਲਤੀਆਂ ਹੋ ਜਾਂਦੀਆਂ ਨੇ। ਫਿਰ ਉਹਦੇ ਲਈ ਆਪਣੇ ਆਪ ਨੂੰ ਦਰੁਸਤ ਕਰਾਉਣ ਵਾਸਤੇ ਜਾਂ ਤੇ ਅਸੀਂ ਪਟਵਾਰੀ ਦੇ ਕੋਲੋਂ ਲਵਾਂਗੇ ਕਿ ਪਟਵਾਰੀ ਸਾਨੂੰ ਦੇਵੇ ਕਿ ਇਸ ਤੋਂ ਜਿਹੜੀ 5 ਸਾਲ ਜਿਹੜੀ ਪਹਿਲੇ ਜਮ੍ਹਾਂਬੰਦੀ ਤਿਆਰ ਹੋਈ ਸੀ ਜਿਹਦੇ ਵਿੱਚ ਮੇਰੇ ਫਾਦਰ ਦਾ ਨਾਮ ਸਹੀ ਸੀ ਜਾਂ ਉਹ ਸੀ ਤੇ ਉਹ ਸੀ, ਜਾਂ ਤੇ ਪਟਵਾਰੀ ਕੋਲ ਲੈ ਲਾਂਗੇ। ਜਾਂ ਦੂਜਾ ਜਿਹੜਾ ਮੈਥਡ ਹੈਗਾ ਕਿ ਫਰਜ਼ ਸਰਕਾਰ ਲੈ ਲਓ। ਠੀਕ ਹੈ। ਕਿਉਂਕਿ ਫਰਜ਼ ਸਰਕਾਰ ਤੇ ਜਿਹੜਾ ਹੈਗਾ ਅਥੈਂਟੀਕੇਟਡ ਡਾਕੂਮੈਂਟ ਹੈਗਾ,
ਔਰ ਉਹਦੇ ਲਈ ਉਹਨਾਂ ਨੇ ਬੜਾ ਈਜ਼ੀ ਵੇ ਰੱਖਿਆ ਹੈਗਾ ਕਿ ਤੁਸੀਂ ਸੁਵਿਧਾ ਸੈਂਟਰ ਦੇ ਵਿੱਚ ਆਪਣੀ ਸਰਕਾਰੀ ਫੀਸ ਜਮ੍ਹਾਂ ਕਰਾ ਦਿਓ। ਠੀਕ ਹੈ ਜੀ। ਸੁਵਿਧਾ ਸੈਂਟਰ 'ਚ ਸਰਕਾਰੀ ਫੀਸ ਜਮ੍ਹਾਂ ਕਰਾ ਕੇ ਜਿੰਨੇ ਸਾਲਾਂ ਦੀ ਤੁਸੀਂ ਜਮ੍ਹਾਂਬੰਦੀਆਂ ਲੈਣੀਆਂ ਹੈਗੀਆਂ ਨੇ ਉਹ ਜਮ੍ਹਾਂਬੰਦੀਆਂ ਲੈ ਲਓ। ਉਹਦੇ ਵਿੱਚ ਜੇਕਰ ਕੋਈ ਹੇਰਾਫੇਰੀ ਹੋਈ ਹੈ ਜਾਂ ਉਹ ਹੋਇਆ ਹੈ, ਕਿਉਂਕਿ ਆਮ ਕਰਕੇ ਦੇਖਿਆ ਗਿਆ ਹੈਗਾ ਕਿ ਰਿਕਾਰਡ ਦੇ ਵਿੱਚ ਕਾਫੀ ਤੌਰ 'ਤੇ ਕਾਫੀ ਜਿਹੜੀਆਂ ਹੈਗੀਆਂ ਹੇਰਾਫੇਰੀਆਂ ਹੋ ਜਾਂਦੀਆਂ ਹੈਗੀਆਂ ਨੇ। ਠੀਕ ਹੈ ਜੀ। ਜੇਕਰ ਕਿਸੇ ਦੇ ਰਾਈਟਸ ਦੇ ਉੱਤੇ ਅਫੈਕਟਡ ਹੈਗੇ ਨੇ ਜਾਂ ਉਹ ਹੈਗੇ ਨੇ ਜਾਂ ਕਿਸੇ ਨੇ ਆਪਣੀ ਜੱਦੀ ਜਦਾਦ ਹੀ ਪ੍ਰੂਵ ਕਰਨੀ ਹੈਗੀ ਹੈ, ਤੇ ਉਹਦਾ ਫਿਰ ਮੈਥਡ ਇਹੀ ਹੁੰਦਾ ਹੈ ਕਿ ਉਹਨੇ ਜਿਹੜੀ ਜਿਸ ਵੇਲੇ ਪਿਛਲੀਆਂ ਜਮ੍ਹਾਂਬੰਦੀਆਂ ਲੈਣੀਆਂ ਹੈਗੀਆਂ ਨੇ, ਪਿਛਲੀਆਂ ਜਮ੍ਹਾਂਬੰਦੀਆਂ ਜੇ ਹੁਣ ਸਪੋਜ਼ ਕਰੋ ਕਿ ਜਿਸ ਵੇਲੇ ਕਿਸੇ ਲੀਗਲ ਪ੍ਰੈਕਟੀਸ਼ਨਰ ਕੋਲ ਜਿਹਦੇ ਕੋਲ ਵੀ ਜਾਓਗੇ ਉਹਨੇ ਕਹਿਣਾ ਪਿਛਲੇ ਆਪਣੀ 4 ਜਨਰੇਸ਼ਨ ਦੀਆਂ ਲੈ ਕੇ ਆਓ। ਠੀਕ ਹੈ ਜੀ। ਉਹ 4 ਜਨਰੇਸ਼ਨ ਦੀ ਜਿਹੜੀ ਜਮ੍ਹਾਂਬੰਦੀਆਂ ਹੈਗੀਆਂ ਨੇ ਫਸਟ ਸਰਕਾਰ ਚੋਂ ਮਿਲਣਗੀਆਂ ਤੁਹਾਨੂੰ ਈਜ਼ੀਲੀ ਜਿਹੜੀਆਂ ਮਿਲ ਜਾਣਗੀਆਂ। ਠੀਕ ਹੈ ਜੀ। ਕਿਉਂਕਿ ਪਟਵਾਰੀ ਨੇ ਕਹਿਣਾ ਮੇਰੇ ਕੋਲ ਤਾਂ ਇਸ ਵੇਲੇ ਟਾਈਮ ਨਹੀਂ ਜਾਂ ਮੈਨੀਆਂ ਜਮ੍ਹਾਂਬੰਦੀਆਂ ਉਤਾਰ ਦਿਆਂ, ਮੈਨੂੰ ਟਾਈਮ ਲੱਗਦਾ ਹੈਗਾ। ਉਹ ਫਿਰ ਜਿਹੜੀ ਹੈਗੀ ਫਸਟ ਸਰਕਾਰ ਦੇ ਵਿੱਚ ਉਹਨਾਂ ਨੇ ਉਹਦੀ ਫੋਟੋਸਟੇਟ ਕਾਪੀਜ਼ ਕਰਾ ਕੇ ਤੁਹਾਨੂੰ ਟੈਸਟ ਕਰਕੇ ਦੇ ਦੇਣੀਆਂ ਹੈਗੀਆਂ। ਠੀਕ ਹੈ ਜੀ। ਸੋ ਉਹੀ ਜਿਹੜੀ ਹੈਗੀ ਅਥੈਂਟਿਕੇਟਡ ਪ੍ਰੂਫ ਹੈਗਾ। ਠੀਕ ਹੈ ਜੀ। ਇੱਕ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੈਗਾ। ਮੈਂ ਤੇ ਇਹ ਵੀ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਜਾਂ ਉਹਨਾਂ ਨੂੰ ਕਿਸਾਨ ਭਰਾਵਾਂ ਨੂੰ ਕਹਾਂਗਾ ਕਿ ਇਹਨਾਂ ਨੂੰ ਵੈਸੇ ਵੀ ਆਪਣੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਹਰ 5 ਸਾਲ ਬਾਅਦ ਇਹ ਨਵੀਂ ਜਮ੍ਹਾਂਬੰਦੀ ਤਿਆਰ ਹੋਈ ਲਾਈ ਲੈਣੀ ਚਾਹੀਦੀ ਹੈਗੀ ਔਰ ਉਹਨੂੰ ਅੱਛੀ ਤਰ੍ਹਾਂ ਮਿਨਿਊਟਲੀ ਦੇਖ ਲੈਣਾ ਚਾਹੀਦਾ ਹੈਗਾ ਕਿ ਇਸ ਜਮ੍ਹਾਂਬੰਦੀ ਦੇ ਵਿੱਚ ਕੋਈ ਗਲਤੀ ਤਾਂ ਨਹੀਂ ਆ ਰਹੀ ਹੈਗੀ। ਜੇਕਰ ਕੋਈ ਗਲਤੀ ਆ ਰਹੀ ਹੈਗੀ ਤਾਂ ਇਮੀਡੀਏਟਲੀ ਉਹਨੂੰ ਦਰੁਸਤ ਕਰਾ ਲੈਣਾ ਚਾਹੀਦਾ ਹੈਗਾ। ਇਹ ਜਿੱਦਾਂ ਤੁਸੀਂ ਦੱਸਿਆ ਕਿ ਹਰ 5 ਸਾਲ ਬਾਅਦ ਜਿਹੜੀ ਇਹ ਜਮ੍ਹਾਂਬੰਦੀ ਹੈ ਇਹ ਅਪਡੇਟ ਹੁੰਦੀ ਹੈ ਜੀ। ਅਪਡੇਟ ਹੋਣ ਤੋਂ ਬਾਅਦ ਕਈ ਵਾਰ ਕੀ ਹੁੰਦਾ, ਕੋਈ ਕਲੈਰੀਕਲ ਮਿਸਟੇਕਸ ਆ ਜਾਂਦੀਆਂ, ਕੁਛ ਦਾ ਨਾਂ ਗਲਤ ਲਿਖ ਹੋ ਗਿਆ ਜਾਂ ਕਿਸੇ ਦਾ ਕੋਈ ਖਸਰਾ ਨੰਬਰ ਗਲਤ ਪੈ ਗਿਆ, ਤਾਂ ਉਹ ਲਈ ਤੁਸੀਂ ਦੱਸਿਆ ਕਿ ਉਸ ਨੂੰ ਜਿਹੜਾ ਹੈ ਦਰੁਸਤ ਵੀ ਕਰਾਇਆ ਜਾ ਸਕਦਾ। ਤੁਸੀਂ ਅੱਗੇ ਦੱਸਿਆ ਵੀ ਆ, ਪਰ ਥੋੜ੍ਹਾ ਜਿਹਾ ਹੋਰ ਵਿਸਤਾਰ ਨਾਲ ਥੋੜ੍ਹਾ ਜਿਹਾ ਹੋਰ ਖੋਲ੍ਹ ਕੇ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਕਰੋ ਕਿ ਜੇ ਇਸ ਨੂੰ ਮਿਸਟੇਕ ਨੂੰ ਗਲਤੀ ਨੂੰ ਠੀਕ ਕਰਨਾ ਹੋਵੇ ਤਾਂ ਕਿੱਥੇ ਖਾਸ ਤੌਰ 'ਤੇ ਇਹਦੀ ਐਪਲੀਕੇਸ਼ਨ ਲੱਗਦੀ ਆ, ਪਹਿਲੀ ਗੱਲ। ਦੂਜੀ ਗੱਲ, ਇਸ ਦੇ ਨਾਲ ਕਿਹੜੇ ਇਹ ਜੋ ਦਸਤਾਵੇਜ਼ ਹਨ ਜਾਂ ਡਾਕੂਮੈਂਟ ਹਨ ਜਿਹੜੇ ਨਾਲ ਲਾਉਣੇ ਪੈਂਦੇ ਹਨ ਕਿ ਤਾਂ ਕਿ ਜਦ ਇਹ ਇਸ ਗਲਤੀ ਨੂੰ ਸੁਧਾਰਨਾ ਹੋਵੇ ਤਾਂ ਕੋਈ ਮੁਸ਼ਕਲ ਨਾ ਆਵੇ ਜੀ। ਦੇਖੋ, ਤੁਹਾਡਾ ਬਹੁਤ ਅੱਛਾ ਸਵਾਲ ਕੀਤਾ ਹੈਗਾ। ਆਮ ਕਰਕੇ ਜਿਹੜੀ ਹੈਗੀ ਜ਼ਿਮੀਂਦਾਰ ਭਰਾਵਾਂ ਨੂੰ ਇਹੀ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ ਕਿ ਉੱਥੇ ਜਿਹੜੀ ਹੈਗੀ ਕੋਈ ਨਾ ਕੋਈ ਗਲਤ ਦਰਜ ਹੋ ਜਾਂਦੇ, ਨਾਮ ਗਲਤ ਦਰਜ ਹੋ ਗਿਆ, ਫਾਦਰ ਦਾ ਨਾਮ ਗਲਤ ਦਰਜ ਹੋ ਗਿਆ, ਜਾਂ ਜਿਹੜੇ ਪ੍ਰਾਪਰਟੀ ਜਿਹੜੀ ਹੈਗੀ ਹੈ ਇੰਤਕਾਲ ਜਿਹੜਾ ਹੈਗਾ ਪ੍ਰੋਪਰ ਨਹੀਂ ਚੜਿਆ, ਜਾਂ ਇੰਤਕਾਲ ਜਿਹੜਾ ਹੈਗਾ ਭੈਣਾਂ ਨੂੰ ਛੱਡ ਦਿੱਤਾ ਗਿਆ, ਜਾਂ ਕਿਸੇ ਉਹਦੀ ਵਾਈਫ ਵਿਡੋ ਨੂੰ ਛੱਡ ਦਿੱਤਾ ਗਿਆ ਜਿਹੜੀ ਹੈਗੀ ਵੇ। ਤੇ ਫਿਰ ਉਹਦੇ ਲਈ ਜਿਹੜੀ ਜੇਕਰ ਤੁਹਾਨੂੰ ਕੋਈ ਦੁਰਸਤੀ ਹੈਗੀ ਏ ਤੇ ਇਹਦੀਆਂ ਜਿਹੜੀਆਂ ਬੜੀਆਂ ਵਾਸਟ ਪਾਵਰਸ ਦਿੱਤੀਆਂ ਗਈਆਂ ਹੈਗੀਆਂ ਉਹ ਉੱਥੋਂ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਹੁੰਦੀਆਂ ਨੇ, ਜਿਹੜੀਆਂ ਪਾਵਰਸ ਨਾਟ ਐਜ਼ ਅ ਡਿਪਟੀ ਕਮਿਸ਼ਨਰ ਯੂਜ਼ ਨਹੀਂ ਕਰਦਾ, ਐਜ਼ ਅ ਕਲੈਕਟਰ ਆਫ ਦ ਡਿਸਟ੍ਰਿਕਟ ਯੂਜ਼ ਕਰਦਾ। ਠੀਕ ਹੈ ਜੀ। ਔਰ ਫਿਰ ਉਹ ਜੇ ਦੇਖਦਾ ਹੈਗਾ ਕਿ ਇਹ ਮਿਸਟੇਕ ਜਿਹੜੀ ਹੈਗੀ ਉਹਨੇ ਫਿਰ ਦੋਨੇ ਪਾਸੇ ਦੇ ਰਿਕਾਰਡ ਮੰਗਾ ਲੈਣੇ ਨੇ ਡੀਸੀ ਸਾਹਿਬ ਨੇ। ਕਲੈਕਟਰ ਨੇ ਦੋਨੇ ਪਾਸੇ ਦੇ ਰਿਕਾਰਡ ਮੰਗਾ ਕੇ ਫਰਦ ਸਰਕਾਰ ਵੀ ਮੰਗਾ ਲੈਣੀ ਹੈਗੀ, ਫਰਦ ਪਟਵਾਰੀ ਵੀ ਮੰਗਾ ਲੈਣੀ ਹੈਗੀ। ਜੇ ਉੱਥੇ ਦੇਖਦਾ ਹੈਗਾ ਕਿ ਇਹ ਗਲਤੀ ਜਿਹੜੀ ਹੈਗੀ ਹੈ, ਇੱਕ ਤੇ ਹੁੰਦੀ ਗਲਤੀ ਕਲੈਰੀਕਲ ਮਿਸਟੇਕ ਹੋ ਗਈ, ਹਾਂਜੀ, ਇੱਕ ਉਹ ਦੇਖਦਾ ਹੈਗਾ ਕਿ ਪਟਵਾਰੀ ਨੇ ਜਾਣਬੁੱਝ ਕੇ ਹੇਰਾਫੇਰੀ ਕਰਕੇ ਕੀਤੀ ਹੈ, ਉੱਥੇ ਉਹਦੇ ਕੋਲ ਬੜਾ ਅੱਛਾ ਕਲੈਕਟਰ ਦੇ ਕੋਲ ਪਾਵਰ ਹੁੰਦੀ ਹੈ ਕਿ ਜਿੱਥੇ ਉਹ ਦੇਖਦਾ ਕਿ ਇਹਨੇ ਇੰਟੈਂਸ਼ਨਲੀ ਇਹ ਸਾਰਾ ਕੰਮ ਕੀਤਾ, ਕਿਸੇ ਇੱਕ ਪਾਰਟੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਸਾਰਾ ਕੰਮ ਕੀਤਾ ਹੈ, ਤੇ ਉੱਥੇ ਜਿਹੜਾ ਕਲੈਕਟਰ ਜਿਹੜਾ ਹੈਗਾ ਇਮੀਡੀਏਟਲੀ ਉਹਦੇ ਕੋਲ ਪਾਵਰਸ ਹੈਗੀਆਂ ਨੇ ਕਿ ਫਰਦ ਬਦਲ ਤੇ ਦਰੁਸਤ ਕਰਾਏਗਾ ਕਿ ਉਹ ਇਮੀਡੀਏਟਲੀ ਜਿਹੜਾ ਹੈਗਾ ਐਕਸ਼ਨ ਲੈ ਲੈਂਦਾ ਪਟਵਾਰੀ ਦੇ ਉੱਤੇ ਕਿ ਇਹ ਤੇ ਕੋਈ ਗਲਤੀ ਕਿਸ ਤਰ੍ਹਾਂ ਹੋ ਗਈ। ਕਿਉਂਕਿ ਇੱਕ ਤੇ ਸਹਿਬਨ ਗਲਤੀ ਤੇ ਆਪਾਂ ਜਿੱਦਾਂ 16,138 ਜਗ੍ਹਾ ਤੇ ਅਸੀਂ ਇਹ ਕਹਿੰਦੇ ਨਹੀਂ 16,238 ਲਿਖਿਆ ਗਿਆ ਜਾਂ 16,738 ਲਿਖਿਆ ਗਿਆ, ਕਿਉਂਕਿ ਅਸੀਂ ਇਹ ਵੀ ਕਹਿ ਲੈਂਦੇ ਹਾਂ ਕਿ 16,738 ਹੋ ਸਕਦਾ, 16,238 ਵੀ ਨਹੀਂ ਹੋ ਸਕਦਾ ਹੈਗਾ। ਇਟ ਮੀਨਸ ਕਿ ਉਹਦੇ ਸ਼ੇਅਰਸ ਜਿਹੜੇ ਨੇ ਉਹਨੂੰ ਘੱਟ ਕਰਨ ਵਾਸਤੇ ਇਹ ਕਈ ਹੇਰਾਫੇਰੀਆਂ ਕੀਤੀਆਂ ਹੁੰਦੀਆਂ ਨੇ। ਔਰ ਉੱਥੇ ਫਿਰ ਜਿਹੜਾ ਡੀਸੀ ਜੇ ਦੇਖਦਾ ਹੈਗਾ ਕਿ ਇੱਕ ਗਲਤੀ ਜਿਹੜੀ ਹੈਗੀ ਕਲੈਰੀਕਲ ਮਿਸਟੇਕ ਹੈਗੀ ਜਾਂ ਹੈਗੀ ਹੈ ਔਰ ਇਹਨੇ ਰਿਕਾਰਡ ਆਫ ਰਾਈਟਸ ਨੂੰ ਦੁਰਸਤ ਕਰਨ ਦੀ ਲੋੜ ਹੈ, ਉਹ ਫਿਰ ਫਰਦ ਬਦਲ ਦੇ ਆਰਡਰ ਕਰ ਦਿੰਦਾ। ਠੀਕ ਹੈ ਜੀ। ਉਹ ਆਪ ਹੀ ਡੀਸੀ ਸਾਹਿਬ ਆਪ ਹੀ ਆਰਡਰ ਕਰ ਦਿੰਦੇ ਨੇ ਜਾਂ ਉਹਨਾਂ ਦੇ ਥੱਲੇ, ਕਿਉਂਕਿ ਇੱਕ ਤੇ ਡੀਸੀ ਦੇ ਥੱਲੇ ਡਿਫਰੈਂਟ ਟਾਈਪ ਦੀ ਏਜੰਸੀਜ਼ ਜਿਹੜੀਆਂ ਕੰਮ ਕਰ ਰਹੀਆਂ ਹੁੰਦੀਆਂ ਨੇ, ਜਿੱਦਾਂ ਐਸਡੀਐਮ ਕਮ ਕਲੈਕਟਰ, ਨਾਇਬ ਤਹਿਸੀਲਦਾਰ ਕਮ ਕਲੈਕਟਰ, ਤਹਿਸੀਲਦਾਰ ਕਮ ਕਲੈਕਟਰ। ਠੀਕ ਹੈ ਜੀ। ਕਿਉਂਕਿ ਇਸ ਵੇਲੇ ਜਿਹੜਾ ਜਸਟਿਸ ਦਾ ਏਮ ਹੈਗਾ ਕਿ ਉਹਨਾਂ ਦੇ ਘਰ ਘਰ ਤੱਕ ਇਨਸਾਫ ਪਹੁੰਚਾਉਣਾ ਹੈ। ਬਿਲਕੁਲ। ਐਸੇ ਕਰਕੇ ਪਹਿਲੇ ਪਾਵਰਸ ਹੁੰਦੀਆਂ ਸੀ ਸਿਰਫ ਜ਼ਿਲ੍ਹੇ ਦੇ ਤਹਿਸੀਲਦਾਰ ਦੇ ਕੋਲ ਹੀ ਹੁੰਦੀਆਂ ਸੀ ਐਜ਼ ਅ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀਆਂ। ਹੁਣ ਉਹਨਾਂ ਨੇ ਕਿਉਂਕਿ ਹਰ ਤਹਿਸੀਲ ਲੈਵਲ ਦੇ ਉੱਤੇ ਨਾਇਬ ਤਹਿਸੀਲਦਾਰ ਬੈਠਾ, ਠੀਕ ਹੈ, ਇਸ ਕਰਕੇ ਉਹਨਾਂ ਨੇ ਪਾਵਰਸ ਜਿਹੜੀਆਂ ਹੈਗੀਆਂ ਨਾਇਬ ਤਹਿਸੀਲਦਾਰ ਨੂੰ ਵੀ ਦੇਤੀਆਂ ਕਿ ਜਿਹੜੀ ਹੈਗੀ ਬਜਾਏ ਕਿ ਵਿਚਾਰੇ ਤਹਿਸੀਲਦਾਰ ਤੱਕ ਜ਼ਿਲ੍ਹੇ ਤੱਕ ਆਉਣ, ਉਹ ਆਪਣੇ ਜਿਹੜੀ ਤਹਿਸੀਲ ਹੈਗੀ ਹੈ ਸਬ ਤਹਿਸੀਲ ਹੈਗੀ ਉੱਥੇ ਜਾ ਕੇ ਵੀ ਉਹਦੇ ਕੋਲ ਜਿਹੜੀ ਹੈਗੀ ਹੈ ਦੁਰਸਤੀ ਕਰਾ ਸਕਦੇ ਹੈਗੇ ਨੇ। ਠੀਕ ਹੈ। ਡੀਸੀ ਸਾਹਿਬ ਦੇ ਕੋਲ ਪਾਵਰ ਹੈਗੀ ਕਿ ਉਹ ਬਜਾਏ ਕਿ ਤਹਿਸੀਲਦਾਰ ਨੂੰ ਕਹਿਣ ਕਿ ਤੂੰ ਸਾਰਾ ਕੰਮ ਕਰ। ਠੀਕ ਹੈ ਜੀ। ਉਹ ਜਿੱਦਾਂ ਹੁਣ ਅਸੀਂ ਜਲੰਧਰ ਦੇ ਜ਼ਿਲ੍ਹੇ ਦੀ ਐਗਜ਼ਾਮਪਲ ਲੈ ਲੈਂਦੇ ਕਿ ਇੱਥੇ ਕਰਤਾਰਪੁਰ 'ਚ ਵੀ ਹੈਗੀ ਹੈ ਸਬ ਤਹਿਸੀਲ ਜਿਹੜੀ, ਔਰ ਨੂਰਮਹਿਲ 'ਚ ਵੀ ਹੈਗੀ ਹੈ, ਫਲੌਰ 'ਚ ਵੀ ਹੈਗੀ ਹੈ। ਉੱਥੋਂ ਦੇ ਨਾਇਬ ਤਹਿਸੀਲਦਾਰ ਨੂੰ ਆਪਣੀ ਪਾਵਰਸ ਜਿਹੜੀਆਂ ਹੈਗੀਆਂ ਨੇ ਭੇਜ ਸਕਦੇ ਆ ਕਿ ਜੇ ਤੂੰ ਇਹਦੀ ਇਨਕੁਆਇਰੀ ਕਰ, ਇਨਕੁਆਇਰੀ ਕਰਨ ਤੋਂ ਬਾਅਦ ਜੇ ਤੁਸੀਂ ਪਾਉਂਦੇ ਹੋਗੇ ਕਿ ਇਹਦੀ ਕੋਈ ਲੋੜ ਹੈਗੀ ਹੈ ਕਰੈਕਸ਼ਨਸ ਦੀ, ਹਾਂਜੀ, ਤੇ ਇਹਦੀ ਜਿਹੜੀ ਹੈਗੀ ਹੈ ਕਰੈਕਸ਼ਨਸ ਕਰ ਦਿੱਤੀਆਂ ਜਾਣ, ਕਿਉਂਕਿ ਆਮ ਕਰਕੇ ਦੇਖਿਆ ਗਿਆ ਹੈਗਾ ਕਿ ਇਹ ਗਲਤੀਆਂ ਹੋ ਜਾਂਦੀਆਂ। ਠੀਕ ਹੈ ਜੀ। ਇੱਕ ਵਾਰੀ ਇੰਤਕਾਲ ਚੜ ਗਿਆ, ਨੈਕਸਟ ਟਾਈਮ ਜਿਸ ਵੇਲੇ ਨਵੀਂ ਜਮ੍ਹਾਂਬੰਦੀ ਬਣੀ
ਉਹਦੇ ਵਿੱਚ ਨੈਕਸਟ ਉਹ ਇੰਤਕਾਲ ਪੂਰਾ ਆਇਆ ਹੀ ਨਹੀਂ, ਇਹ ਜਾਂ ਪਾਰਟਲੀ ਆਇਆ ਹੀ ਨਹੀਂ। ਠੀਕ ਹੈ ਜੀ। ਉੱਥੇ ਫਿਰ ਉਹਦੇ ਕੋਲੋਂ ਫਰਦ ਬਦਲ ਦੇ ਰਾਹੀਂ ਉਹ ਜਿਹੜੀ ਪਾਵਰ ਹੈਗੀ ਹੈ ਕਿ ਉਹ ਫਰਦ ਬਦਲ ਦੇ ਰਾਹੀਂ ਜਿਹੜੀ ਹੈਗੀ ਦਰੁਸਤੀ ਹੋ ਜਾਂਦੀ। ਠੀਕ ਹੈ ਜੀ। ਇਹ ਛਾਬੜਾ ਜੀ, ਜਦੋਂ ਤੁਸੀਂ ਬੜੇ ਸੁਚੱਜੇ ਤਰੀਕੇ ਨਾਲ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਕਿ ਜੇ ਕਿਤੇ ਜਮ੍ਹਾਂਬੰਦੀ ਦੇ ਵਿੱਚ ਕੋਈ ਗਲਤੀ ਆ ਜਾਂਦੀ ਹੈ ਉਸ ਨੂੰ ਕਿੱਦਾਂ ਜਿਹੜਾ ਠੀਕ ਕਰਨਾ, ਜਿਹਨੂੰ ਆਪਾਂ ਫਰਦ ਬਦਲ ਵੀ ਕਹਿੰਦੇ ਜੇ ਟੈਕਨੀਕਲ ਟਰਮ ਲਈ ਜਾਵੇ। ਇਸ ਦੇ ਨਾਲ ਤੁਸੀਂ ਦੋ ਚੀਜ਼ਾਂ ਦੇ ਉੱਤੇ ਦੁਬਾਰਾ ਜਿਹੜਾ ਹੈ ਜ਼ੋਰ ਦੇ ਰਹੇ ਸੀਗੇ ਕਿ ਇੰਤਕਾਲ ਚੜ੍ਹਨਾ ਤਾਂ ਪਾਰਟੀਸ਼ਨ ਜਿਹੜੀ ਉਸ ਦੀ ਤਕਸੀਮ ਹੋਣੀ ਪ੍ਰਾਪਰਟੀ ਦੀ, ਇੱਦਾਂ ਇੱਕ ਸਿਲਸਿਲਾ ਅੱਗੇ ਵਧਾਵਾਂਗੇ। ਪਰ ਸਭ ਤੋਂ ਪਹਿਲਾਂ ਸਾਨੂੰ ਆਹ ਦੱਸੋ ਕਿ ਜਿਹੜੀ ਤਕਸੀਮ ਹੈ, ਜਿੱਦਾਂ ਤੁਸੀਂ ਦੱਸਿਆ ਕਿ ਐਪਲੀਕੇਸ਼ਨ ਲਾ ਕੇ ਹੁੰਦੀ ਹੈ, ਪਰ ਅਸੀਂ ਪੁਰਾਣੇ ਸਮੇਂ ਸੁਣਦੇ ਆਉਂਦੇ ਹੁੰਦੇ ਸੀਗੇ ਕਿ ਮੂੰਹ ਜ਼ਬਾਨੀ ਵੰਡ ਹੋ ਗਈ ਜਾਂ ਘਰ ਵਿੱਚ ਹੀ ਵੰਡ ਹੋ ਗਈ, ਪਟਵਾਰੀ ਸਾਹਿਬ ਨੇ ਜਿਹੜੀ ਆ ਵੰਡ ਉਹ ਚੜਾ ਦਿੱਤੀ। ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਕਿ ਕਿੰਨੀ ਕਿ ਇਹ ਜਿਹੜੀ ਇਹ ਹੈਗੀ ਹੈ ਕਿ ਠੀਕ ਗੱਲ ਹੈ ਕਿ ਮੂੰਹ ਜ਼ਬਾਨੀ ਵੀ ਵੰਡ ਹੋ ਸਕਦੀ ਹੈ ਜਾਂ ਪਟਵਾਰੀ ਸਾਹਿਬ ਕੋ ਵੀ ਹੋ ਸਕਦੀ ਹੈ, ਕਿ ਜਾਂ ਕਿ ਇਹ ਸੈਕਸ਼ਨ 111 ਜਿੱਦਾਂ ਤੁਸੀਂ ਸਾਨੂੰ ਦੱਸਿਆ ਸੀ ਉਹਦੇ ਥੱਲੇ ਹੀ ਐਪਲੀਕੇਸ਼ਨ ਲਾ ਕੇ ਇਹ ਤਕਸੀਮ ਹੋਣੀ ਹੈ। ਬਹੁਤ ਅੱਛਾ ਤੁਹਾਡਾ ਕੁਐਸਚਨ ਹੈਗਾ ਇਹਲਾ, ਕਿਉਂਕਿ ਅੱਜ ਵੀ ਜਿਹੜਾ ਹੈਗਾ ਘਰੇਲੂ ਵੰਡ ਨੂੰ ਇਗਨੋਰ ਨਹੀਂ ਕੀਤਾ ਕਾਨੂੰਨ ਨੇ। ਠੀਕ ਹੈ। ਕਿਉਂਕਿ ਪਾਰਟੀਸ਼ਨ ਦਾ ਏਮ ਕੀ ਹੈਗਾ? ਖਾਤਿਆਂ ਨੂੰ ਵੱਖਰਾ ਕਰ ਦੇਣਾ। ਹਾਂਜੀ। ਜੇ ਫੈਮਿਲੀ 'ਚ ਬੈਠ ਕੇ ਘਰੇਲੂ ਵੰਡ ਕਰ ਲਈ ਜਾਏ ਤਾਂ ਮੈਂ ਕਿਹਾ ਸਭ ਨਾਲੋਂ ਅੱਛਾ ਤਰੀਕਾ ਹੈ। ਠੀਕ ਹੈ ਜੀ। ਚਾਹੇ ਉਹ 10 ਸਾਲ ਪਹਿਲੇ ਹੋਈ ਹੈ ਚਾਹੇ ਅੱਜ ਹੋਈ ਹੈ, ਉਸ ਘਰੇਲੂ ਵੰਡ ਨੂੰ ਤੁਸੀਂ ਦੇਣ ਵਾਸਤੇ ਕਿ ਘਰੇਲੂ ਵੰਡ ਸਾਡੀ ਹੋ ਚੁੱਕੀ ਹੈਗੀ ਹੈ ਤੇ ਇਹਨੂੰ ਜਿਹੜਾ ਹੈਗਾ ਰਿਕਾਰਡ ਆਫ ਰਾਈਟਸ ਵਿੱਚ ਲਿਆਂਦਾ ਜਾਏ। ਠੀਕ ਹੈ ਜੀ। ਉਹ ਫਿਰ ਨਾਇਬ ਤਹਿਸੀਲ ਦਾ ਜਾਂ ਤਹਿਸੀਲ ਦਾ ਜਿਹਦੇ ਕੋਲ ਵੀ ਤੁਸੀਂ ਐਪਲੀਕੇਸ਼ਨ ਜਿੱਥੇ ਦਾ ਏਰੀਆ ਪੈਂਦਾ ਹੈਗਾ, ਕਿਉਂਕਿ ਇਹ ਆਂਦਾ ਏਰੀਆ ਕਿਤੇ ਕੋਲ ਪੈਂਦਾ ਉਹਦਾ ਜਿਹੜਾ ਹੈਗੀ ਹੈ, ਇਹਨੇ ਏਰੀਆ ਵੰਡ ਦਿੱਤੇ ਹੋਏ ਨੇ। ਠੀਕ ਹੈ ਜੀ। ਉਹਦੇ ਵਿੱਚ ਜਿਹੜੀ ਘਰੇਲੂ ਵੰਡ ਦੇ ਵਿੱਚ ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਦਿੱਤਾ ਘਰੇਲੂ ਵੰਡ ਦਾ, ਇਹ ਨਹੀਂ ਕਿ ਉਸ ਪ੍ਰੋਵੀਜ਼ਨ ਨਹੀਂ ਹੈਗਾ, ਪ੍ਰੋਵੀਜ਼ਨ ਦਿੱਤਾ ਗਿਆ ਹੈਗਾ। ਉਹਦੇ ਥੱਲੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਦੇਣੀ ਹੈਗੀ। ਉਸ ਐਪਲੀਕੇਸ਼ਨ ਦੇ ਉੱਤੇ ਫਿਰ ਜਿਹੜੀ ਹੈਗੀ ਹੈ ਉਹਨਾਂ ਪਾਰਟੀਆਂ ਦੇ ਬਿਆਨ ਰਿਕਾਰਡ ਕਰ ਲਏ ਜਾਂਦੇ। ਠੀਕ ਹੈ ਜੀ। ਔਰ ਉਹੀ ਪ੍ਰੋਸੈਸ ਜਿਹੜਾ ਹੈਗਾ ਕਿ ਇੱਕ ਲੰਬਾ ਪ੍ਰੋਸੈਸ ਚੱਲਣਾ ਹੁੰਦਾ ਸੀ। ਜੇਕਰ ਤੁਸੀਂ ਆਮ 111 ਦੇ ਵਿੱਚ ਜਾਂਦੇ ਹੋ, ਕੋਈ ਲੰਬਾ ਪ੍ਰੋਸੈਸ ਹੈ ਕਿ ਉਹਨਾਂ ਦੀ ਸਰਵਿਸ ਹੋਏਗੀ, ਉਹ ਹੋਏਗਾ, ਉਸ ਤੋਂ ਬਾਅਦ ਜਿਹੜੀ ਹੈਗੀ ਹੈ ਮੋਡ ਆਫ ਪਾਰਟੀਸ਼ਨ ਤਿਆਰ ਹੋਏਗਾ, ਉਹ ਹੋਏਗਾ, ਉਹ ਸਾਰੇ ਤੁਸੀਂ ਜਿਹੜੇ ਉਹ ਤੁਹਾਡਾ ਸਮਾਂ ਸਾਰਾ ਬਚ ਜਾਂਦਾ। ਠੀਕ ਹੈ। ਜੇ ਦੋਨੇ ਪਾਰਟੀਆਂ ਜਿਹੜੀਆਂ ਹੈਗੀਆਂ ਨੇ, ਦੋਨੇ ਪਾਰਟੀਆਂ ਕਹਿੰਦੀਆਂ ਕਿ ਠੀਕ ਹੈ ਜੀ ਅਸੀਂ ਬੈਠ ਕੇ ਆਪਣੀ ਘਰੇਲੂ ਵੰਡ ਕਰ ਲਈ ਹੈਗੀ ਹੈ, ਉਹਦੇ ਮੁਤਾਬਕ ਹੀ ਨਕਸ਼ਾ ਈਡੀ ਤੇ ਜਿਹੜਾ ਉਹ ਤਿਆਰ ਕਰ ਦਿੱਤਾ ਜਾਂਦਾ ਹੈਗਾ ਔਰ ਉਹਨੂੰ ਜਿਹੜੀ ਹੈਗੀ ਉਸੇ ਬੇਸ ਦੇ ਉੱਤੇ ਜਿਹੜੀ ਹੈਗੀ ਸਨਦ ਤਕਸੀਮ ਜਾਰੀ ਕਰ ਦਿੱਤੀ ਜਾਂਦੀ ਹੈ ਘਰੇਲੂ ਵੰਡ ਦੀ। ਘਰੇਲੂ ਵੰਡ ਜਿਹੜਾ ਹੈਗਾ ਇੱਕ ਬਹੁਤ ਹੀ ਅੱਛਾ ਤਰੀਕਾ ਹੈਗਾ ਆਪਸੀ, ਇੱਕ ਤੇ ਉਹਦੇ ਨਾਲ ਪਿਆਰ ਬਣਿਆ ਰਹਿੰਦਾ। ਹਾਂਜੀ। ਕਿਉਂਕਿ ਆਮ ਕਰਕੇ ਮੈਂ ਨਹੀਂ ਕਹਿੰਦਾ ਕਿ ਜਿਹੜਾ ਪਾਰਟੀਸ਼ਨ ਜੇਕਰ ਤੁਸੀਂ 111 ਥੱਲੇ ਜਾਂਦੇ ਤਾਂ ਪਿਆਰ ਘਟ ਜਾਂਦਾ, ਪਰ ਆਮ ਕਰਕੇ ਪਾਰਟੀਆਂ ਦੇ ਵਿੱਚ ਜ਼ਿਆਦਾ ਭੈਣ ਭਰਾ, ਕਿਉਂਕਿ ਵੰਡ ਹੁੰਦੀ ਕਿਹਨਾਂ ਦੇ ਵਿੱਚ, ਭੈਣ ਭਰਾਵਾਂ ਦੇ ਵਿੱਚ ਜਾਂ ਉਹਨਾਂ ਦੇ ਵਿੱਚ, ਉਹਨਾਂ ਦੇ ਹੁੰਦਾ ਕਿ ਇਹਨੇ ਮੇਰੇ ਖਿਲਾਫ ਦਾਅਵਾ ਕਰ ਦਿੱਤਾ। ਠੀਕ ਹੈ ਜੀ। ਜਦ ਕਿ ਮੈਂ ਤਾਂ ਇਹ ਕਹਾਂਗਾ ਕਿ ਵਿਦਨ ਟਾਈਮ ਜਿਸਲੇ ਤੁਹਾਡੇ ਪਿਆਰ ਬਣੇ ਹੋਏ ਨੇ ਤੇ ਇੱਕ ਦੂਜੇ ਨਾਲ ਰਲ ਕੇ ਹੀ ਜੇਕਰ ਤੁਸੀਂ 111 'ਚ ਵੀ ਜਾਣਾ ਤੇ ਬਜਾਏ ਕਿ ਤੁਸੀਂ ਲਿਟੀਗੇਸ਼ਨ ਕਰਦੇ ਰਹੋ ਜਾਂ ਉਹ ਕਰਦੇ ਰਹੋ, ਕਿ ਬਜਾਏ ਕਿ ਸਾਲ ਜਿਹੜਾ ਹੈਗਾ ਉਹਦੀ ਸਰਵਿਸ ਦੇ ਉੱਤੇ ਲੱਗਾ ਰਵੇ, ਜੇਕਰ ਕੋਈ ਜਦ ਇਕੱਠੇ ਰਲ ਕੇ ਚਲੇ ਜਾਓ ਤੇ ਇੱਕ ਦੀ ਪਾਰਟੀ ਨੂੰ ਦੂਜਾ ਰਿਸਪੋਂਡੈਂਟ ਬਣਾ ਲਓ। ਠੀਕ ਹੈ ਜੀ। ਤੇ ਉੱਥੇ ਜਾ ਕੇ ਆਪਣੇ ਬਿਆਨ ਦੇ ਕੇ ਇਮੀਡੀਏਟਲੀ, ਕਿਉਂਕਿ ਅੱਗੇ ਹੁੰਦਾ ਸੀ ਕਿ ਨਕਸ਼ਾ ਊੜਾ ਬਣਾਉਣ ਵਾਸਤੇ ਵੱਖਰੇ ਤਰੀਕੇ ਨਾਲ ਜਾਣਾ, ਨਕਸ਼ਾ ਇਹਦਾ ਵੱਖਰੇ ਤਰੀਕੇ ਨਾਲ ਬਣਨਾ। ਹੁਣ ਤੇ ਜਿਹੜਾ ਹੈਗਾ ਤੁਸੀਂ ਜਿਸਲੇ ਪਾਰਟੀਸ਼ਨ ਦੀ ਐਪਲੀਕੇਸ਼ਨ ਲਗਾਉਣੀ ਹੈਗੀ ਹੈ, 3-4 ਡਾਕੂਮੈਂਟਸ ਬੜੇ ਇੰਪੋਰਟੈਂਟ ਹੈਗੇ ਨੇ। ਇੱਕ ਤੇ ਉੱਥੋਂ ਦਾ ਅਕਸ਼ ਛਜਰਾ ਕੀ ਹੈ, ਉਹ ਤੁਸੀਂ ਉਸੇ ਵੇਲੇ ਜਿਸਲੇ ਤੁਸੀਂ ਪਾਰਟੀਸ਼ਨ ਵਾਸਤੇ ਅਪਲਾਈ ਕਰਨਾ, ਅਕਸ਼ ਛਜਰੇ ਦੀ ਕਾਪੀ ਨਾਲ ਲੈ ਲੈਣੀ ਹੈਗੀ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਜਿਹੜੀ ਹੈਗੀ ਹੈ ਜਮਾਬੰਦੀ, ਸਾਰਿਆਂ ਨਾਲ ਪਹਿਲਾ ਡਾਕੂਮੈਂਟ ਹੁੰਦਾ ਜਮਾਬੰਦੀ, ਜਿਹਨੇ ਕਿ ਤੁਹਾਡਾ ਸ਼ੋਅ ਕਰਨਾ ਕਿ ਤੁਹਾਡੇ ਮਾਲਕ ਹੈਗੇ ਕਿਹੜੇ ਕਿਹੜੇ ਨੇ। ਠੀਕ ਹੈ ਜੀ। ਉਹਨਾਂ ਸਾਰਿਆਂ ਨੂੰ ਪਾਰਟੀ ਬਣਾ ਲੈਣਾ ਹੈਗਾ। ਉਹਦੇ ਨਾਲ ਆਉਂਦੀ ਗਿਰਦਾਵਰੀ। ਠੀਕ ਹੈ ਜੀ। ਸਭ ਨਾਲ ਜਿਹੜਾ ਇੰਪੋਰਟੈਂਟ ਜਿਹੜੀ ਆਮ ਕਰਕੇ ਪੇਂਡੂ ਭਰਾਵਾਂ 'ਚ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ, ਉਹ ਆਉਂਦੀਆਂ ਹੈਗੀਆਂ ਨੇ ਕਾਸ਼ਤਕਾਰ ਦੇ। ਠੀਕ ਹੈ ਜੀ। ਕਿਉਂਕਿ ਕਾਸ਼ਤ ਅਸੀਂ ਕਈ ਜਿਹੜੀ ਦੇਖਿਆ ਗਿਆ ਕਾਸ਼ਤਕਾਰ ਖੁਦ ਕਾਸ਼ਤ ਕਿਸੇ ਲਈ ਹੁੰਦੀ, ਕਿਸੇ ਲਈ ਅੱਗੋਂ ਜਦਾਦ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਹੁੰਦੀ ਹੈ, ਅੱਗੇ ਪਟੇ ਦਿੱਤੀ ਹੁੰਦੀ ਜਾਂ ਉਹ ਦਿੱਤੀ ਹੁੰਦੀ ਹੈ। ਠੀਕ ਹੈ ਜੀ। ਉਸ ਕਰਕੇ ਗਿਰਦਾਵਰੀ ਦੀ ਕਾਪੀ ਵੀ ਨਾਲ ਲੈ ਲਈ ਜਾਂਦੀ ਹੈਗੀ ਹੈ। ਠੀਕ ਹੈ ਜੀ। ਫਿਰ ਜਮਾਬੰਦੀ ਨੇ ਇਹ ਵੀ ਸ਼ੋਅ ਕਰ ਦੇਣਾ ਹੈਗਾ ਪ੍ਰਾਪਰਟੀ ਰਹਿਣ ਤੇ ਨਹੀਂ ਹੈਗੀ। ਠੀਕ ਹੈ। ਕਿਉਂਕਿ ਕਈ ਜ਼ਿਮੀਂਦਾਰ ਭਰਾਵਾਂ ਨੇ ਉਹਨਾਂ ਨੂੰ ਰਹਿਣ ਤੇ ਕੀਤੀ ਹੁੰਦੀ ਜਦਾਦ ਜਿਹੜੀ ਹੈਗੀ, ਉਹ ਵੀ ਸਾਰੇ ਜੇ ਤੁਸੀਂ 111 ਥੱਲੇ ਜਾਂਦੇ ਹੋ ਜਾਂ ਚਾਹੇ ਤੁਸੀਂ ਘਰੇਲੂ ਵੰਡ ਵਾਸਤੇ ਵੀ ਜਾਂਦੇ ਹੈਗੇ, ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਪਏਗਾ ਕਿ ਇਹ ਜਿਹੜੇ ਅਸੀਂ ਇਹ ਪ੍ਰਾਪਰਟੀ ਜਿਹੜੀ ਹੈਗੀ ਇਹਨਾਂ ਵਾਲੇ ਬੰਦਿਆਂ ਨੇ ਇਸ ਬੈਂਕ ਦੇ ਕੋਲ ਜਾਂ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਕੋਲ ਰਹਿਣ ਕੀਤੀ ਹੋਈ ਹੈ। ਠੀਕ ਹੈ ਜੀ। ਉਹਦੇ ਮੁਤਾਬਕ ਫਿਰ ਉਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਨੋਟਿਸ ਦਿੱਤਾ ਜਾਂਦਾ ਹੈਗਾ ਕਿ ਇਹ ਜਿਹੜੀ ਪ੍ਰਾਪਰਟੀ, ਕਿਉਂਕਿ ਜਿਸ ਵੇਲੇ ਅਸੀਂ ਰਹਿਣ ਕੀਤੀ ਸੀ ਉਸ ਵੇਲੇ ਅਸੀਂ ਇੱਕ ਸਾਂਝੇ ਖਾਤੇ 'ਚ, ਬਿਲਕੁਲ ਜੀ, ਹੁਣ ਉਹ ਖਾਤਾ ਜਿਹੜਾ ਹੈਗਾ ਤੁਹਾਡਾ ਡਿਫਰੈਂਟ ਹੋ ਗਿਆ ਹੈਗਾ। ਠੀਕ ਹੈ ਜੀ। ਉਹਦੇ ਖਸਰਾ ਨੰਬਰ ਡਿਫਰੈਂਟ ਹੋ ਜਾਣੇ ਹੈਗੇ ਨੇ। ਇੱਕ ਬੰਦੇ ਦੀ ਹੁਣ ਜਿੱਦਾਂ ਆਪਾਂ ABC ਲੈ ਲੈਂਦੇ ਆ ਫॉर ਐਗਜ਼ਾਮਪਲ, ਹਾਂਜੀ, ਉਹ ABC ਦੇ 3 ਦੇ ਵਿੱਚ ਵੰਡੇ ਜਾਣੇ ਹੈਗੇ ਨੇ ਜਿਹੜੇ ਖਸਰਾ ਨੰਬਰਸ ਹੈਗੇ ਨੇ। ਹਾਂਜੀ। ਫਿਰ ਉਹਦੇ ਵਿੱਚ ਉਹਨੂੰ ਪਤਾ ਹੋਣਾ ਚਾਹੀਦਾ ਬੈਂਕ ਨੂੰ ਕਿ ਬੈਂਕ ਜਾਂ ਜਿਹੜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗੀ ਕਿ ਹੁਣ ਮੈਂ A ਦੀ ਜਿਹੜੀ ਸਾਡੇ ਕੋਲ ਜਿਹੜੀ ਪ੍ਰਾਪਰਟੀ A ਵਾਲੀ ਹੈਗੀ ਹੈ ਉਹ ਇਹਨਾਂ ਨੰਬਰ ਦੇ ਵਿੱਚ ਸਾਡੇ ਕੋਲ ਰਹਿਣ ਲੱਗੀ। ਠੀਕ ਹੈ ਜੀ। ਕਿਉਂਕਿ ਉਹਦੇ ਵਿੱਚ ਵੀ ਜਿਹੜੀ ਜਿਸ ਵੇਲੇ ਨਵੀਂ ਜਮਾਬੰਦੀ ਤਿਆਰ ਹੋਏਗੀ
ਆਫਟਰ ਪਾਰਟੀਸ਼ਨ, ਇੱਕ ਤੇ ਪਾਰਟੀਸ਼ਨ ਦਾ ਇੰਤਕਾਲ ਚੜੇਗਾ ਠੀਕ ਹੈ ਜੀ। ਕਿ ਇਹ ਪ੍ਰਾਪਰਟੀ ਹੁਣ ਕਿੱਦਾਂ ਵੰਡੀ ਗਈ, ਕਿਉਂਕਿ ਉਹਦੇ ਹਿੱਸੇ ਵੱਖਰੇ ਹੋ ਜਾਣੇ ਹੈਗੇ ਨੇ। ਇੱਕ ਜਿਹੜੇ ਬੰਦੇ ਨੇ ਉਹ ਮੌਰਗੇਜ ਜਿਹੜੀ ਕੀਤੀ ਹੈ ਉਹਦਾ ਫਿਰ ਉਸ ਜਮ੍ਹਾਂਬੰਦੀ 'ਚ ਨਾਮ ਆ ਜਾਏਗਾ। ਠੀਕ ਹੈ ਜੀ। ਟੋਟਲ ਜਿਹੜੀ ਹੈਗੀ ਜਮ੍ਹਾਂਬੰਦੀ 'ਚੋਂ ਨਿਕਲ ਜਾਏਗਾ, ਜਿਹੜੀ ਉਹਨੇ ਮੁਸ਼ਤਰਕਾ ਜਮ੍ਹਾਂਬੰਦੀ ਸੀਗੀ ਹੁਣ ਉਹ ਜਿਹੜੀ ਆ ਜਾਏਗਾ ਉਹਦੇ ਹਿੱਸੇ ਵਾਲੀ ਜਮ੍ਹਾਂਬੰਦੀ 'ਚ ਉਹਨਾਂ ਦਾ ਨਾਮ ਆ ਜਾਏਗਾ। ਉਹਦੇ ਨਾਲ ਜਿਹੜੇ, ਕਿਉਂਕਿ ਅਲਟੀਮੇਟਲੀ ਏਮ ਤੇ ਹੈਗਾ ਕਿ ਜੇ ਉਹਨਾਂ ਨੇ ਪਾਰਟੀ ਦੇ ਰਾਈਟ ਨੂੰ ਪ੍ਰੋਟੈਕਟ ਕਰਨਾ ਹੈ ਤੇ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗੀਆਂ ਨੇ ਉਹਨਾਂ ਦੇ ਰਾਈਟਸ ਨੂੰ ਵੀ ਡਿਊਟੀ ਹੈਗੀ ਹੈ ਗਵਰਨਮੈਂਟ ਦੀ ਕਿ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕੀਤੇ ਜਾਣ ਤਾਂ ਕਿ ਉਹਨਾਂ ਦਾ ਰਾਈਟਸ ਜਿਹੜਾ ਹੈਗਾ ਅਫੈਕਟਡ ਨਾ ਹੋ ਜਾਏ। ਛਾਬੜਾ ਜੀ, ਇਸ ਦੇ ਨਾਲ ਲੱਗਦਾ ਇੱਕ ਹੋਰ ਬਹੁਤ ਜ਼ਰੂਰੀ ਸਵਾਲ ਹੈ ਕਿ ਇੰਤਕਾਲ ਦੀ ਆਪਾਂ ਗੱਲ ਕਰਦੇ ਹਾਂ ਕਿ ਦੋ ਧਿਰਾਂ ਨੇ ਆਪਸ 'ਚ ਇੱਕ ਰਜ਼ਾਮੰਦੀ ਕਰ ਲਈ, ਆਪਣਾ ਸੋਚ ਲਿਆ ਕਿ ਸਾਡੀ ਇਸ ਤਰੀਕੇ ਨਾਲ ਜ਼ਮੀਨ ਦੀ ਵੰਡ ਹੋਵੇਗੀ, ਜਾਂ ਫਿਰ ਕੋਰਟ ਨੇ ਜਿਹੜੀ ਆ ਉਹ ਵੰਡ ਕਰ ਦਿੱਤੀ। ਉਸ ਤੋਂ ਬਾਅਦ ਜਿਹੜਾ ਹੈ ਉਸ ਵੰਡ ਦਾ ਜਾਂ ਕੋਈ ਵੀ ਜ਼ਮੀਨ ਅਸੀਂ ਖਰੀਦੀ ਹੈ ਜਾਂ ਵੇਚੀ ਹੈ ਉਹਦਾ ਇੰਤਕਾਲ ਕਰਾਉਣਾ ਕਿੰਨਾ ਕੁ ਜ਼ਰੂਰੀ ਹੈ, ਉਹਦੇ ਬਾਰੇ ਜਾਣਕਾਰੀ ਦਿਓ ਜੀ ਸਾਡੇ ਦਰਸ਼ਕਾਂ। ਦੇਖੋ, ਇੰਤਕਾਲ ਤੇ ਬਹੁਤ ਹੀ ਇੰਪੋਰਟੈਂਟ ਇਹਦੇ ਵਿੱਚ ਹੈਗਾ। ਇੰਤਕਾਲ ਵੈਸੇ ਤੇ ਜਿਸ ਵੇਲੇ ਲੈਂਡ ਰੈਵਨਿਊ ਐਕਟ ਦੀ ਜੇਕਰ ਤੁਸੀਂ ਹਿਸਟਰੀ ਪੜ੍ਹੋ ਤੇ ਇੰਤਕਾਲ ਤੇ ਡਿਊਟੀ ਹੈਗੀ ਵੈਸੇ ਰੈਵਨਿਊ ਡਿਪਾਰਟਮੈਂਟ ਦੀ। ਠੀਕ ਹੈ। ਜਿਸ ਦਿਨ ਅਸੀਂ ਕੋਈ ਰਜਿਸਟਰੀ ਕਰਾਉਂਦੇ ਹਾਂ ਜਾਂ ਅਸੀਂ ਪ੍ਰਾਪਰਟੀ ਨੂੰ ਅਦਰਵਾਈਜ਼ ਪਾਰਟੀਸ਼ਨ ਕਰਦੇ ਹਾਂ ਜਾਂ ਕੁਝ ਵੀ ਕਰਦੇ ਹੈਗੇ ਆ ਤੇ ਡਿਊਟੀ ਹੈਗੀ ਸੀ ਰੈਵਨਿਊ ਡਿਪਾਰਟਮੈਂਟ ਦੀ ਕਿ ਜਿਹੜੀ ਆਧਾਰ ਸਾਡੇ ਕੋਲੋਂ ਜਿਹੜੀ ਸਟੈਂਪ ਫੀਸ ਲਈ ਜਾਂਦੀ ਹੈਗੀ ਐਸੇ ਕਰਕੇ ਲਈ ਜਾਂਦੀ ਹੈਗੀ ਹੈ ਕਿ ਉਹਦਾ ਜਿਹੜਾ ਇੰਤਕਾਲ ਵਗੈਰਾ ਦਾ ਜਿਹੜਾ ਰੈਵਨਿਊ ਰਿਕਾਰਡ ਨੂੰ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਬੰਦੇ ਰੱਖੇ ਨੇ ਉਹਨਾਂ ਨੂੰ ਤਨਖਾਹਾਂ ਦੇਣੀਆਂ ਹੁੰਦੀਆਂ, ਕਿਉਂਕਿ ਇਹ ਕੋਈ ਲਾਅ ਅੱਜ ਦਾ ਨਹੀਂ ਬਣਿਆ ਹੋਇਆ। ਠੀਕ ਹੈ ਜੀ। ਇਹ ਬ੍ਰਿਟਿਸ਼ਰਸ ਦੇ ਟਾਈਮ ਦਾ ਬਣਿਆ ਹੋਇਆ। ਉਹਨਾਂ ਨੂੰ ਕਿਉਂਕਿ ਤਨਖਾਹਾਂ ਦੇਣੀਆਂ ਹੁੰਦੀਆਂ ਸੀ, ਉਹ ਦੇਣੀਆਂ ਹੁੰਦੀਆਂ ਸੀ, ਉਹ ਕਹਿੰਦੇ ਸੀ ਕਿ ਬਾਹਰੋਂ ਬਾਰੀ ਜਿਹੜਾ ਹੈਗਾ ਪੈਸਾ ਜਿਹੜਾ ਹੈਗਾ ਲੋਕਾਂ ਦੇ ਪੈਸੇ ਦੇ ਨਾਲ ਹੀ ਡਿਪਾਰਟਮੈਂਟ ਨੂੰ ਚਲਾਇਆ ਜਾਏ। ਠੀਕ ਹੈ ਜੀ। ਚਲੋ ਕੁਝ ਟਾਈਮ ਦੇ ਬਾਅਦ ਇਹ ਗੱਲ ਬਦਲ ਗਈ, ਜਿਹੜੇ ਆਫਟਰ ਇੰਡੀਪੈਂਡੈਂਸ ਇੱਕ ਰਾਈਟ ਬਣ ਗਿਆ ਕਿ ਪਟਵਾਰੀਆਂ ਨੇ ਜਾਂ ਉਹਨਾਂ ਨੇ 2 ਨੰਬਰ ਦੇ ਪੈਸੇ ਲੈਣੇ ਤੇ ਇੰਤਕਾਲ ਚਾੜ ਦੇਣੇ ਤਾਂ ਚਾੜਨਾ ਹੀ ਨਹੀਂ। ਠੀਕ ਹੈ ਜੀ। ਹੁਣ 2 ਨੰਬਰ ਦੇ ਪੈਸੇ ਲੈਣ ਤੋਂ ਬਿਨਾਂ ਜੇ ਇੰਤਕਾਲ ਨਹੀਂ ਚਾੜਨਾ ਉਹਦੇ ਨਾਲ ਕੀ ਪ੍ਰੋਬਲਮਸ ਆਈਆਂ ਸੀ ਕਿ ਕਈ ਦੀ ਪ੍ਰਾਪਰਟੀ ਜਿਹੜੀ ਹੈਗੀ ਕਿੰਨੇ ਹੱਥਾਂ 'ਚ ਉਦੋਂ ਹੀ ਵਿਕ ਜਾਂਦੀ ਸੀ। ਠੀਕ ਹੈ ਜੀ। ਔਰ ਉਹਨਾਂ ਵਿਚਾਰਿਆਂ ਨੇ, ਕਿਉਂਕਿ ਤੁਸੀਂ ਜਿਹੜੇ ਕੋਈ ਪ੍ਰਾਪਰਟੀ ਖਰੀਦਣੀ ਹੈਗੀ ਜਾਂ ਉਹ ਖਰੀਦਣੀ, ਤੁਸੀਂ ਜਮ੍ਹਾਂਬੰਦੀ ਦੀ ਨਕਲ ਲੈਣੀ ਹੈ। ਹਾਂਜੀ। ਇਹ ਪਤਾ ਹੀ ਨਹੀਂ ਸੀ ਹੁੰਦਾ ਹੈਗਾ ਕਿ ਇਹ ਤੇ ਪ੍ਰਾਪਰਟੀ ਕਿੰਨੀ ਵਾਰੀ ਵਿਕ ਚੁੱਕੀ ਹੋਈ ਹੈ। ਠੀਕ ਹੈ ਜੀ। ਹੁਣ ਉਹਨਾਂ ਨੇ ਐਸੇ ਕਰਕੇ ਨਵੀਂ ਜਿਹੜੀ ਅਮੈਂਡਮੈਂਟਸ ਆਈਆਂ ਉਹਦੇ 'ਚ ਉਹਨਾਂ ਨੇ ਕਰ ਦਿੱਤਾ ਕਿ ਜਿਸ ਵੇਲੇ ਤੁਹਾਡੇ ਕੋਲ ਹੁਣ ਤੁਸੀਂ ਰਜਿਸਟਰੀ ਕਰਾਉਂਦੇ ਹੋ ਤੁਹਾਡੇ ਕੋਲ ਇੰਤਕਾਲ ਦੀ ਫੀਸ ਵੀ ਲੈ ਲਈ ਜਾਂਦੀ। ਠੀਕ ਹੈ ਜੀ। ਤਾਂ ਕਿ ਤੁਹਾਨੂੰ ਕੱਲ ਨੂੰ ਪਟਵਾਰੀਆਂ ਦੇ ਕੋਲ ਜਾ ਕੇ ਚੱਕਰ ਨਾ ਲਗਾਉਣੇ ਪੈਣ। ਤੁਸੀਂ ਇਮੀਡੀਏਟਲੀ ਡਿਊਟੀ ਹੈਗੀ ਹੈ ਕਿ ਜਿਸ ਵੇਲੇ ਰਜਿਸਟਰੀ ਹੋਈ ਤਾਂ ਕਿਉਂਕਿ ਉਹਨੇ ਸਰਕਾਰ ਨੇ ਆਪਣੀ ਫੀਸ ਲੈ ਲਈ ਸਰਕਾਰੀ ਤੌਰ ਤੇ, ਪਟਵਾਰੀ ਦੀ ਡਿਊਟੀ ਹੈਗੀ ਕਿ ਇਮੀਡੀਏਟਲੀ ਜਾਏ ਉਹਦੇ ਏਰੀਆ ਦੀ ਕਿਹੜੀ ਰਜਿਸਟਰੀਆਂ ਹੋਈਆਂ ਨੇ ਉਹਨਾਂ ਦੇ ਇੰਤਕਾਲ ਰੈਵਨਿਊ ਰਿਕਾਰਡ ਨੂੰ ਅਪਡੇਟ ਕਰ ਦਿੱਤਾ ਜਾਏ। ਸੋ ਕਹਿਣ ਦਾ ਭਾਵ ਇਹ ਹੈ ਕਿ ਜ਼ਮੀਨ ਦੇ ਅਸਲ ਮਾਲਕ ਦਾ ਪਤਾ ਉਦੋਂ ਹੀ ਲੱਗਣਾ ਹੈ ਜਦ ਤਾਈਂ ਉਹਦਾ ਇੰਤਕਾਲ ਨਹੀਂ ਚੜਿਆ। ਸੋ ਸਾਨੂੰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾ ਸਕੀਏ। ਉਮੀਦ ਕਰਦੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਨਮਸਕਾਰ।